ਸਾਡੇ ਨਾਲ ਕੀ ਗੱਲ ਕਰਨਗੇ, ਕੀ ਸਾਨੂੰ ਸਮਝਾਉਣਗੇ। ਉਹ ਗੱਲ ਕਹਿੰਦੇ ਲੈ ਕੇ ਹੈ ਨਹੀਂ ਗਏ ਤਾਂ ਚਾਰ ਬੰਦੇ ਤਾਂ ਗੱਲ ਕਹਿੰਦੇ ਲਾਇਕ ਹੈ ਨਹੀਂ ਗੇ। ਇਹਨਾਂ ਨੂੰ ਕੀ ਪਤਾ ਕਿੱਦਾਂ ਫਸਲ ਪੈਦਾ ਕੀਤੀ ਜਾਂਦੀ, ਕਿੱਦਾਂ ਵੇਚੀ ਜਾਂਦੀ ਹੈ, ਕਿੱਥੋਂ ਕਿੱਥੋਂ ਕੀ ਹੁੰਦਾ ਆ। ਅੰਬਾਨੀ ਤੇ ਅੰਡਾਨੀ, ਬੈਲਾ, ਟਾਟਾ, ਰਿਲਾਇੰਸ ਆਹ ਜਥੇਬੰਦੀਆਂ ਇਹਦੀਆਂ ਆਹੀ ਕੁਛ ਇਹਨਾਂ ਦੁਆਲੇ ਇਹ ਘੁੰਮੀ ਜਾਂਦਾ ਆ। ਇਹ ਬਿੱਲ ਜਿਹੜੇ ਉਹ ਅਸੀਂ ਰੱਦ ਕਰਾ ਕੇ ਰਵਾਂਗੇ, ਚਾਹੇ ਉਹ ਮੋਦੀ ਅੱਜ ਮੰਨੇ ਜਾਂ ਕੱਲ੍ਹ ਮੰਨੇ। ਜੇ ਨਾ ਵੀ ਮੰਨੇ ਤਾਂ ਦਿੱਲੀ ਸਾਡੇ ਲਈ ਦੂਰ ਨਹੀਂ ਹੈਗੀ, ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਇੱਕ ਮੀਡੀਆ ਰਾਹੀਂ ਮੋਦੀ ਸਾਹਿਬ ਨੂੰ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਜੇ ਉਹ ਆਪਣੇ ਚਾਹ ਦੇ ਕੱਪ ਦਾ ਮੁੱਲ ਆਪ ਲਾ ਸਕਦਾ, ਬਈ ਮਹਿੰਗਾਈ ਹੋਈ, ਲੋਕਡਾਊਨ ਹੋਇਆ, ਲੋਕਡਾਊਨ ਦੇ ਦੌਰਾਨ ਪਹਿਲਾਂ ਜਿਹੜਾ ਚਾਹ ਦਾ ਕੱਪ 10 ਰੁਪਏ ਦਾ ਸੀਗਾ ਉਹ ਅੱਜ 15 ਰੁਪਏ ਦਾ ਵਿਕ ਰਿਹਾ। ਤੇ ਕੀ ਗੱਲ ਜਿਹੜੀ ਕਿਸਾਨੀ ਆ ਉਹਨੂੰ ਆਪਣੀ ਫਸਲ ਦਾ, ਆਪਣੀ ਜਿਣਸ ਦਾ ਮੁੱਲ ਲਾਉਣ ਦਾ ਕੋਈ ਅਧਿਕਾਰ ਨਹੀਂ। ਇਸ ਵੇਲੇ ਉਹ ਹਕੀਕਤ ਸਾਡੇ ਦੇਸ਼ ਦੀ ਉਹ ਹੋ ਗਈ ਆ, ਜਿਹੜੇ ਬੰਦਿਆਂ ਨੇ ਜੰਗਲਾਂ ਦੇ ਵਿੱਚ ਜਾ ਕੇ ਸੱਪ ਫੜਨੇ ਸੀਗੇ, ਜਿਹਨਾਂ ਜੜੀ ਬੂਟੀਆਂ ਦੇ ਦਵਾਈਆਂ ਬਣਾਉਣੀਆਂ ਸੀਗੀਆਂ, ਸਾਡੇ ਦੇਸ਼ ਤੇ ਰਾਜ ਕਰ ਰਹੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ। ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ। ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਲਗਾਤਾਰ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਖੇਤੀਬਾੜੀ ਕਾਨੂੰਨ ਨੇ ਇਹਨਾਂ ਨੂੰ ਰੱਦ ਕੀਤੀ ਜਾਵੇ। ਇਸੇ ਦੇ ਮੱਦੇਨਜ਼ਰ ਅੱਜ ਕਿਸਾਨ ਜਥੇਬੰਦੀਆਂ ਦੀ 7 ਮੈਂਬਰੀ ਕਮੇਟੀ ਹੈ ਜਿਹੜੀ ਉਹ ਬਣਾਈ ਗਈ ਸੀ। ਕੱਲ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ, ਇੱਥੇ ਕਮੇਟੀ ਬਣਾਈ ਗਈ ਸੀ ਤੇ ਅੱਜ ਜਿਹੜੀ ਹੈਗੀ ਹੈ ਕੇਂਦਰ ਦੇ ਨਾਲ ਸੱਦਾ ਦਿੱਤਾ ਗਿਆ ਸੀ। ਕੇਂਦਰ ਦੇ ਵੱਲੋਂ ਮੀਟਿੰਗ ਦੇ ਲਈ ਮੀਟਿੰਗ ਹੋਈ ਹੈ, ਪਰ ਜਿਹੜੇ 7 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਗਏ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ। ਇਸ ਟਾਈਮ ਅਸੀਂ ਮੌਜੂਦ ਹਾਂ ਫਿਲੌਰ ਦੇ ਰੇਲਵੇ ਟਰੈਕ ਤੇ, ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਇਹ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬੁਲਾਰੇ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਅਗਲੀ ਰਣਨੀਤੀ ਹੁਣ ਉਹਨਾਂ ਦੀ ਕੀ ਹੋਵੇਗੀ, ਕਿਉਂਕਿ ਜਿਹੜੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਕੇਂਦਰ ਦੇ ਵੱਲੋਂ, ਉਹ ਮੀਟਿੰਗ ਦਾ ਜਿਹੜਾ ਸਿੱਟਾ ਹੈ ਉਹ ਕੋਈ ਵੀ ਨਹੀਂ ਨਿਕਲਿਆ। ਹਾਲਾਂਕਿ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਮੀਟਿੰਗ ਤੋਂ ਬਾਅਦ ਜਿਹੜੇ ਹੈਗੇ ਧਰਨੇ ਪ੍ਰਦਰਸ਼ਨ ਸ਼ਾਇਦ ਘੱਟ ਹੋ ਜਾਣ, ਕਿਉਂਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਬੁਲਾਰੇ ਸੀ ਉਹ ਇਹ ਉਮੀਦ ਲੈ ਕੇ ਗਏ ਸੀ, ਸਕਾਰਾਤਮਕ ਸੋਚ ਦੇ ਨਾਲ ਗਏ ਸੀ ਕਿ ਜਿਹੜੇ ਇਸ ਵਾਰ ਜਿਹੜੀ ਕੇਂਦਰ ਦੇ ਨਾਲ ਗੱਲਬਾਤ ਹੋਵੇਗੀ ਉਹਨਾਂ ਦੇ ਹੱਕ ਦੇ ਵਿੱਚ ਹੋਵੇਗੀ, ਪਰ ਹੱਕ ਦੇ ਵਿੱਚ ਨਹੀਂ ਹੋਈ, ਬਲਕਿ ਇਹ ਜਿਹੜਾ ਸਿੱਟਾ ਸੀ ਇਹ ਮੀਟਿੰਗ ਦਾ ਨਹੀਂ ਨਿਕਲਿਆ। ਗੱਲਬਾਤ ਕਰਦੇ ਹਾਂ ਬੁਲਾਰੇ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ ਤੇ ਯੂਨੀਅਨ ਕਿਹੜੀ ਹੈ ਵੀਰਾ? ਮੈਂ ਜਿਸ ਸਮੇਂ ਸੇ ਕਾਲੂ ਬਲਾਕ ਪ੍ਰਧਾਨ ਨੂਰਮਹਿਲ, ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਕੇਂਦਰ ਦੇ ਵੱਲੋਂ ਸੱਦਾ ਦਿੱਤਾ ਗਿਆ ਸੀ ਗੱਲਬਾਤ ਦੇ ਲਈ ਤੇ 7 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਕੇ, ਤੇ ਹੁਣ ਜਿਹੜੀ ਇਹ ਮੀਟਿੰਗ ਦੇ ਵਿੱਚੋਂ ਜਿਹੜੇ ਜਥੇਬੰਦੀਆਂ ਦੇ ਬੁਲਾਰੇ ਸੀਗੇ ਉਹ ਵਾਕਆਊਟ ਕਰ ਗਏ ਨੇ, ਕਿਉਂਕਿ ਉਹਨਾਂ ਦਾ ਕਹਿਣਾ ਵੀ ਕੇਂਦਰ ਸਰਕਾਰ ਉਹਨਾਂ ਨੂੰ ਗੁੰਮਰਾਹ ਕਰ ਰਹੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਮੰਤਰੀ ਨੇ ਉਹ ਪੰਜਾਬ ਦੇ ਵਿੱਚ ਨੇ, ਪਰ ਉੱਥੇ ਸਾਨੂੰ ਬੁਲਾ ਕੇ ਜਿਹੜਾ ਹੈਗਾ ਗੁੰਮਰਾਹ ਕੀਤਾ ਜਾ ਰਿਹਾ। ਕੀ ਕਹੋ? ਦੇਖੋ ਜੀ, ਸਾਨੂੰ ਤਾਂ ਪਹਿਲਾਂ ਹੀ ਉਹਨਾਂ ਕੋਲ ਆਸ ਹੀ ਨਹੀਂ ਸੀਗੀ, ਕਦੇ ਵੀ ਇਹਨਾਂ ਦੇ ਆਲਣੇ ਵਿੱਚੋਂ ਮਾਸ ਨਹੀਂ ਮਿਲਦਾ ਹੁੰਦਾ। ਉਹਨਾਂ ਨੇ ਸਾਡੀ ਇਹ ਜਥੇਬੰਦੀ ਦੀ ਮੀਟਿੰਗ ਬੁਲਾਈ ਸੀ। ਅਸੀਂ ਇਹ ਕਿਹਾ ਸੀ ਵੀ ਉਹ ਇਹ ਨਾ ਕਹਿਣ ਵੀ ਸਾਡੇ ਨਾਲ ਮੀਟਿੰਗ ਕਰਨ ਵਾਸਤੇ ਇਹ ਰਜਾਮੰਦ ਨਹੀਂ ਹੈ। ਉਹ ਸਾਡੀ 7 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਗਈ ਹੋਈ ਸੀਗੀ ਤੇ ਸਾਨੂੰ ਐਂ ਲੱਗਦਾ ਵੀ ਉੱਥੋਂ ਸਾਨੂੰ ਨਿਰਾਸ਼ਿਆ ਕਰਕੇ ਇਹਨਾਂ ਨੇ ਵਾਪਸ ਕਰ ਦਿੱਤਾ ਆ। ਅਗਲਾ ਪ੍ਰੋਗਰਾਮ ਜੋ ਹੋ ਜਥੇਬੰਦੀਆਂ ਦਾ ਹੋਊਗਾ ਫੈਸਲਾ, ਉਹਦੇ ਮੁਤਾਬਕ ਅਸੀਂ ਜੋ ਇਹ ਧਰਨਾ ਚਲਾ ਰਹੇ ਹਾਂ ਜਾਂ ਜੋ ਅੰਦੋਲਨ ਚੱਲ ਰਿਹਾ ਉਹਦੇ ਮੁਤਾਬਕ ਚੱਲੀ ਜਾਊਗਾ। ਹਾਲੇ ਲਗਾਤਾਰ ਨਿਰੰਤਰ ਚੱਲ ਰਿਹਾ ਹੈ। ਉੱਥੇ ਹੁਣ ਖੇਤੀਬਾੜੀ ਭਵਨ ਦੇ ਬਾਹਰ ਹੈ ਜਿਹੜਾ ਕਿਸਾਨਾਂ ਦੇ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੱਲ੍ਹ ਦੇ ਦਿਨ, ਯਾਨੀ ਕਿ ਆਉਣ ਵਾਲਾ ਜਿਹੜਾ ਕੱਲ੍ਹ ਦਾ ਦਿਨ ਹੈ, ਮੀਟਿੰਗ ਕੀਤੀ ਜਾਵੇਗੀ ਤੇ ਜਿਹੜੀ ਅਗਲੀ ਰਣਨੀਤੀ ਹੈ ਉਹ ਬਣਾਈ ਜਾ ਸਕਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੇ ਸੰਘਰਸ਼ ਨੇ ਉਹ ਹੋਰ ਤੇਜ਼ ਕੀਤੇ ਜਾਣ। ਹਾਂਜੀ, ਇਹਦੇ ਵਿੱਚੋਂ ਕੋਈ ਹੱਥ ਨਹੀਂ ਹੈ, ਇਹਦੇ ਸੰਘਰਸ਼ ਤੇਜ਼ ਕੀਤੇ ਜਾਣਗੇ। ਜਿਵੇਂ ਜਥੇਬੰਦੀਆਂ ਦਾ ਆਰਡਰ ਹੋਊਗਾ ਇਹ ਤਾਂ ਉਧਰ ਉਵੇਂ ਤੇਜ਼ ਹੁੰਦਾ ਜਾਊਗਾ, ਜਿੰਨਾ ਚਿਰ ਆਰਡੀਨੈਂਸ ਵਾਪਸ ਨਹੀਂ ਲੈ ਜਾਂਦੇ। ਇਹ ਜਿਹੜੀਆਂ ਮਾਰੂ ਨੀਤੀਆਂ ਨੇ ਸਰਕਾਰ ਦੀਆਂ, ਇਹ ਵਾਪਸ ਨਹੀਂ ਲਈਆਂ ਜਾਂਦੀਆਂ। ਸੰਘਰਸ਼ ਇਸ ਤਰ੍ਹਾਂ ਜਾਰੀ ਰਹਿਣਗੇ, ਉਹਨਾਂ ਚਿਰ ਅਸੀਂ ਲੜਦੇ ਰਵਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਕੀ ਲੱਗਦਾ ਕੇਂਦਰ ਸਰਕਾਰ ਵਾਕਈ ਮਸਲੇ ਦਾ ਹੱਲ ਕਰਨਾ ਚਾਹੁੰਦੀ ਸੀ ਜਾਂ ਫਿਰ ਜਾਣ ਬੁੱਝ ਕੇ ਕਿਸਾਨਾਂ ਨੂੰ ਜਿਹੜਾ ਹੈਗਾ ਗੁੰਮਰਾਹ? ਇਹ ਦੇਖੋ ਜੀ, ਇਹ ਤਾਂ ਉਹ ਜਾਣਦੇ ਨੇ। ਸਾਡਾ ਤਾਂ ਉਹਨਾਂ ਦਾ ਆਪਣੇ ਹੱਕਾਂ ਦੇ ਪ੍ਰਥਾਈ ਲੜਾਈ ਕਰਨ ਦਾ ਆ। ਅਸੀਂ ਆਪਣੇ ਹੱਕ ਮੰਗਦੇ ਹਾਂ, ਅਸੀਂ ਉਹਨਾਂ ਦੇ ਹੱਕ ਨਹੀਂ ਮੰਗਦੇ, ਅਸੀਂ ਆਪਣੇ ਹੱਕ ਮੰਗਦੇ ਹਾਂ। ਇਸ ਕਰਕੇ ਅਸੀਂ ਲੜਾਈ ਲੜ ਰਹੇ ਉਹਨਾਂ ਨਾਲ ਤੇ ਅਸੀਂ ਸ਼ਾਂਤਮਈ ਰਹਿ ਕੇ ਲੜਾਈ ਲੜ ਰਹੇ ਹਾਂ, ਅੰਦੋਲਨ ਕਰ ਰਹੇ ਹਾਂ, ਕਿਸੇ ਨਾਲ ਕੋਈ ਧੱਕਾ ਨਹੀਂ ਕਰ ਰਹੇ। ਕਿਹਾ ਜਾ ਰਿਹਾ ਕਿ ਜਿਹੜੇ ਇਸ ਵਾਰ ਸੱਦਾ ਆਇਆ ਸੀਗਾ ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਪੰਜਾਬ ਦੇ ਵਿੱਚ ਅੰਦੋਲਨ ਹੋ ਰਹੇ ਨੇ ਉਹਨਾਂ ਦੇ ਮੁੱਦੇ ਤੇ ਗੱਲਬਾਤ ਕੀਤੀ ਜਾਵੇਗੀ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਸਗੋਂ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਖੇਤੀ ਜਿਹੜੇ ਬਿੱਲ ਨੇ ਇਹਨਾਂ ਦੇ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਦੇਖੋ ਜੀ, ਸਾਡੇ ਜਿਹੜੇ ਕਿਸਾਨ ਯੂਨੀਅਨ ਨੇ, ਜਿੰਨੇ ਵੀ ਜਥੇਬੰਦੀਆਂ ਨੇ, 29 ਜਥੇਬੰਦੀਆਂ ਨੇ, ਇਹ ਪੜ੍ਹੇ ਹੋਏ ਨੇ, ਇਹਨੂੰ ਪੜ੍ਹ ਲੋਕ ਨਹੀਂ
ਜਿਨ੍ਹਾਂ ਨੂੰ ਉਹਨੂੰ ਬਣਾਉਣਾ ਚਾਹੁੰਦੇ ਨੇ। ਇਹ ਤਾਂ ਸਾਡੇ ਦੇਸ਼ ਨਾਲ, ਪੰਜਾਬ ਦੇ ਨਾਲ, ਸਾਡੇ ਆਰਥਿਕ ਦਿਸ਼ਾ ਨਾਲ ਧੱਕਾ ਕਰ ਰਹੇ ਨੇ। ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਜੋ ਸਾਨੂੰ ਪੜ੍ਹਾਉਣਾ ਚਾਹੁੰਦੇ ਅਸੀਂ ਪਹਿਲਾਂ ਪੜ੍ਹੇ ਹੋਏ ਹਾਂ, ਅਸੀਂ ਬਾਰ-ਬਾਰ ਨਹੀਂ ਪੜ੍ਹਨਾ ਚਾਹੁੰਦੇ। ਅਸੀਂ ਤਾਂ ਸਿਰਫ ਇਹੀ ਕਹਿ ਰਹੇ ਹਾਂ ਵੀ ਆਪਣੇ ਆਰਡੀਨੈਂਸ ਦੇ ਵਾਪਸ ਕਰੋ, ਸਾਡੇ ਹੱਕ ਸਾਨੂੰ ਦਿਓ। ਅਗਲੀ ਰਣਨੀਤੀ ਕੀ ਹੋ ਸਕਦੀ ਹੈ, ਕਿਉਂਕਿ ਪਹਿਲਾਂ ਵੀ ਜਿਹੜਾ ਕੇਂਦਰ ਵੱਲੋਂ ਸੱਦਾ ਦਿੱਤਾ ਗਿਆ ਸੀ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਮਨਾ ਕਰਤਾ ਸੀ ਜਾਣ ਨੂੰ। ਇਸ ਵਾਰ ਉਹਨਾਂ ਨੇ ਚਲੋ ਹਾਂ ਕੀਤੀ ਹੈ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਕੇਂਦਰ ਬਾਅਦ ਵਿੱਚ ਇਹ ਨਾ ਕਹੇ ਕਿ ਅਸੀਂ ਕਿਸਾਨਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ, ਪਰ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਗੱਲਬਾਤ ਹੀ ਨਹੀਂ ਕਰਨਾ ਚਾਹੁੰਦੇ। ਸੋ ਅਗਲੀ ਰਣਨੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਕਿ ਜਿਹੜਾ ਪੰਜਾਬ ਦਾ ਸੰਘਰਸ਼ ਉਹ ਹੋਰ ਤੇਜ਼ ਹੋਵੇਗਾ, ਜਾਂ ਫਿਰ ਜਿਹੜਾ ਹੈਗਾ ਕੇਂਦਰ ਦੇ ਦਿੱਲੀ ਦੇ ਵੱਲ ਜਿਹੜਾ ਕੂਚ ਕਰਨਗੇ ਕਿਸਾਨ? ਪਹਿਲਾਂ ਤਾਂ ਕੱਲ੍ਹ ਨੂੰ ਮੈਂ ਬਲਵਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ। ਪਹਿਲਾਂ ਤਾਂ ਕੱਲ੍ਹ ਜਿਹੜੀ 15 ਤਰੀਕ ਦੀ ਮੀਟਿੰਗ ਹੋਊਗੀ, ਉਹਦੇ ਵਿੱਚ ਜੋ ਰਣਨੀਤੀ ਬਣਾਈ ਜਾਊਗੀ। ਜਿਹੜੇ ਕੇਂਦਰ ਸਰਕਾਰ ਦੇ ਹੋਰ ਵੀ ਇੱਥੇ ਅਦਾਰੇ ਚੱਲਦੇ ਆ ਪੰਜਾਬ ਦੇ ਵਿੱਚ ਜਾਂ ਬਾਹਰ, ਜੋ ਅਦਾਰੇ ਚੱਲਦੇ ਆ ਉਹਨਾਂ ਨੂੰ ਘਰਾਓ ਦੇ ਵਿੱਚ ਸ਼ਾਮਲ ਕੀਤਾ ਜਾਊਗਾ। ਉਹਨਾਂ ਦੀ ਯਾਨੀ ਕਿ ਕੀਤੀ ਜਾਊਗੀ, ਉਹਨਾਂ ਮੂਹਰੇ ਧਰਨੇ ਲਾਏ ਜਾਣਗੇ, ਮੁਜ਼ਾਹਰੇ ਕੀਤੇ ਜਾਣਗੇ, ਉਹਨਾਂ ਨੂੰ ਬੰਦ ਕੀਤਾ ਜਾਊਗਾ। ਜਿੱਦਾਂ ਟੋਲ ਪਲਾਜ਼ੇ ਬੰਦ ਕੀਤੇ ਆ, ਰਿਲਾਇੰਸ ਦੇ ਕੀਤੇ ਆ, ਜਾਂ ਮੌਲ ਬੰਦ ਕੀਤੇ ਆ, ਜੀਓ ਦੇ ਸਿਮਾਂ ਬੰਦ ਕੀਤੀਆਂ ਆ, ਸਟੇਸ਼ਨ ਜਾਮ ਕੀਤੇ ਆ। ਇੱਦਾਂ ਦੇ ਜਿਹੜੇ ਹੋਰ ਵੀ ਅਦਾਰੇ ਜਿਹੜੇ ਹੈਗੇ ਕੇਂਦਰ ਸਰਕਾਰ ਦੇ, ਉਹ ਵੀ ਬੰਦ ਕੀਤੇ ਜਾਣਗੇ। ਉਹ ਕੇਂਦਰ ਸਰਕਾਰ ਹੀ ਸਮਝਦੀ ਆ ਵੀ ਅਸੀਂ ਕੌਲੇ ਆ, ਸਾਨੂੰ ਪਤਾ ਕੁਛ ਨਹੀਂ ਗਾ। ਇਸ ਵੇਲੇ ਉਹ ਹਕੀਕਤ ਸਾਡੇ ਦੇਸ਼ ਦੀ ਉਹ ਹੋ ਗਈ ਆ, ਜਿਹੜੇ ਬੰਦਿਆਂ ਨੇ ਜੰਗਲਾਂ ਦੇ ਵਿੱਚ ਜਾ ਕੇ ਸੱਪ ਫੜਨੇ ਸੀਗੇ, ਜਿਹਨਾਂ ਜੜੀ ਬੂਟੀਆਂ ਦੇ ਦਵਾਈਆਂ ਬਣਾਉਣੀਆਂ ਸੀਗੀਆਂ, ਉਹ ਸਾਡੇ ਦੇਸ਼ 'ਤੇ ਰਾਜ ਕਰ ਰਹੇ ਆ। ਸਾਨੂੰ ਬੇਵਕੂਫ ਸਮਝ ਰਹੇ ਉਹ, ਪਰ ਅਸੀਂ ਉਹਨੇ ਬੇਵਕੂਫ ਨਹੀਂ ਜਿੰਨੇ ਸਾਨੂੰ ਸਮਝ ਰਹੇ ਆ। ਇਹ ਕੌਲੇ ਨਹੀਂ ਹੈਗੇ। ਉਹ ਸਾਨੂੰ ਉਹ ਸਮਝਾਉਣ ਲਈ ਸੱਦਿਆ ਸੀ। ਉਹਨੂੰ ਕਹਿੰਦੇ ਤੁਹਾਨੂੰ ਸਮਝਾ ਕੇ ਸਾਨੂੰ ਸਮਝਾਉਂਦੇ ਅਸੀਂ ਕੀ ਆ ਇਹ ਵਿੱਚ, ਯਾਨੀ ਕਿ ਸਾਨੂੰ ਪਤਾ ਨਹੀਂ ਕੁਛ ਵੀ। ਅਸੀਂ ਉਹਦੇ ਇਕੱਲੇ ਆਰਡੀਨੈਂਸ ਦੀ ਪਹਿਲੇ ਤੋਂ ਲੈ ਕੇ ਅਖੀਰ ਤੱਕ ਸਾਨੂੰ ਪਤਾ ਐਂਡ ਕੀ ਹੋਣਾ, ਸਟਾਰਟਿੰਗ ਇਹਦੀ ਕੀ ਹੋਣੀ ਆ, ਐਂਡ ਇਹਦਾ ਕੀ ਹੋਣਾ। ਇਹ ਗੱਲ ਇਕੱਲੇ ਕਲਸ ਕਿਸਾਨ ਦੀ ਨਹੀਂ ਹੈਗੀ, ਇਕੱਲੇ ਮਜ਼ਦੂਰ ਦੀ ਨਹੀਂ ਹੈਗੀ, ਕਿਸੇ ਦੀ ਨਹੀਂ ਹੈਗੀ। ਸੁਨਿਆਰੇ ਤੋਂ ਲੈ ਕੇ ਕੁਆੜੀਏ ਤੱਕ ਦੀ ਗੱਲ ਆ ਇਹ। ਪੰਜਾਬੀਅਤ ਤੇ ਪੰਜਾਬ 'ਚ ਰਹਿਣ ਵਾਸੀਆਂ ਦੀ, ਪੰਜਾਬ ਦੀ ਪੂਰੇ ਪੰਜਾਬ ਦੀ ਅਹਿਮੀਅਤ ਦੀ ਗੱਲ ਆ। ਇਹ ਪੰਜਾਬ ਦੀ ਜਿੰਨੀ ਪੰਜਾਬ ਦੀ ਆਪਣੇ ਉਹ ਖਤਮ ਕਰਨਾ ਚਾਹੁੰਦੇ ਆ ਨਾ, ਉਹਦੀ ਗੱਲ ਆ ਗਈ ਆ। ਇਕੱਲਾ ਇਹ ਨਹੀਂ ਰਹਿ ਗਿਆ ਕਿਸਾਨ ਜਾਂ ਮਜ਼ਦੂਰ ਮਰ ਜਾਊਗਾ ਜੀ, ਉਹ ਹੋ ਜਾਊਗਾ, ਇਹ ਕੋਈ ਇੱਦਾਂ ਦੀ ਨਹੀਂ ਹੈਗੀ। ਇਹ ਤਾਂ ਪੰਜਾਬ ਦੀ ਗੱਲ ਆ ਗਈ ਆ। ਉਹ ਉਹਨਾਂ ਦੇ ਇੱਕ ਜਾਨੀ ਅੱਖ ਦੇ ਵਿੱਚ ਰੜਕਦਾ ਆ ਪੰਜਾਬ, ਵੀ ਕਿਉਂ ਵੱਸਦਾ ਆ, ਕਿਉਂ ਹੱਸਦਾ ਆ, ਕਿਉਂ ਹਰ ਵੇਲੇ ਇੰਨੀਆਂ ਮੁਸੀਬਤਾਂ ਆਉਂਦੀਆਂ ਝੱਲਦਾ ਆ। ਇਹ ਉਸ 'ਤੇ ਗੱਲ ਆ ਕੇ ਡੈਪੀ ਆ। ਪਰ ਅਸੀਂ ਤਾਂ ਟਾਕਰਾ ਕਰਾਂਗੇ, ਮੂੰਹ ਤੋੜ ਜਵਾਬ ਦੇਵਾਂਗੇ। ਦਿੱਲੀ ਉਹ ਕਹਿੰਦੇ ਅਸੀਂ ਦਿੱਲੀ ਬਣ ਨਹੀਂ ਦੇਵਾਂਗੇ, ਅਸੀਂ ਦਿੱਲੀ ਵੜ ਕੇ ਦਿਖਾਵਾਂਗੇ। ਔਰ ਦਿੱਲੀ ਦੇ ਵਿੱਚ ਬਣਨ ਵਾਲਿਆਂ ਨੂੰ ਜੇ ਸਾਨੂੰ ਤਾਂ ਬਣ ਦਿੱਤਾ, ਅਸੀਂ ਦਿੱਲੀ ਵਿੱਚ ਵੀ ਕੁਛ ਨਹੀਂ ਬਣ ਦਿਆਂਗੇ। ਜਿਹੜੀਆਂ ਬਾਹਰੋਂ ਚੀਜ਼ਾਂ ਜਾਂਦੀਆਂ ਆ, ਸਬਜ਼ੀਆਂ ਜਾਂਦੀਆਂ, ਫਲ ਫਰੂਟ ਜਾਂਦੇ, ਆਟਾ ਦਾਲ ਜਾਂਦੀ ਆ, ਉਹ ਜਾਂ ਬਾਹਰੋਂ ਬੰਦ ਕਰ ਦਿਆਂਗੇ। ਜੇ ਉਹ ਅੰਦਰ ਸਾਨੂੰ ਨਹੀਂ ਜਾਣ ਦਿੰਦੇ, ਅਸੀਂ ਬਾਹਰੋਂ ਬੰਦ ਕਰ ਦਿਆਂਗੇ। ਸਾਡੇ ਕੋਲ ਸਾਰੇ ਸਕੀਮਾਂ ਹੈਗੀਆਂ, ਕਰਾਂਗੇ ਅਸੀਂ ਸਹਿਜ ਕਰਾਂਗੇ। ਇਹ ਕੋਈ ਛੋਟਾ ਜਿਹਾ ਸੰਘਰਸ਼ ਨਹੀਂ, ਲੰਬਾ ਸੰਘਰਸ਼ ਆ। ਸਾਨੂੰ ਵੀ ਪਤਾ ਆ, ਪੜ੍ਹੇ ਲਿਖੇ ਬੰਦੇ ਨਹੀਂ, ਉਹ ਕਮਲੇ ਬੰਦੇ ਬੈਠੇ ਮੂਹਰੇ, ਅਨਪੜ੍ਹ ਬੰਦੇ ਬੈਠੇ ਆ, ਜਿਹੜਾ ਨੇ ਇਹ ਬਣਾਇਆ, ਆਰਡੀਨੈਂਸ ਬਣਾਇਆ, ਮਾਨ ਨੇ ਬਣਾਇਆ ਆ। ਨਾ ਕਿ ਉਹ ਕਹਿੰਦੇ ਆ ਜੋ ਸਾਨੂੰ ਕਹਿੰਦੇ ਆ ਤੁਹਾਨੂੰ ਅਸੀਂ ਉੱਚਾ ਚੁੱਕਣ ਲਈ ਆਹ ਕਰ ਰਹੇ ਹਾਂ, ਕਿਸੇ ਸਾਡੀ ਮਦਦ ਕਰਨੀ ਚਾਹੁੰਦੇ ਆ, ਸਾਨੂੰ ਅਮੀਰ ਕਰਨਾ ਚਾਹੁੰਦੇ ਆ। ਸਾਨੂੰ ਤਾਂ ਪੁੱਛਿਆ ਹੀ ਨਹੀਂ ਗਾ ਵੀ ਕੀ ਅਮੀਰ ਕਿੱਦਾਂ ਤੁਸੀਂ ਹੋਣਾ ਆ, ਸਾਨੂੰ ਤਾਂ ਨਹੀਂ ਪੁੱਛਿਆ ਹੈਗਾ। ਅਸੀਂ ਸਵਾਮੀਨਾਥਨ ਰਿਪੋਰਟ ਮੰਗਦੇ, ਸਾਡੀ ਸਵਾਮੀਨਾਥਨ ਰਿਪੋਰਟ ਦੇ ਨਾਲ ਸਾਡਾ ਫਸਲਾਂ ਦਾ ਭਾਅ ਕਰ ਦਿਓ ਫਿੱਟ, ਸਾਨੂੰ ਕੁਛ ਨਹੀਂ ਹੋਰ ਚਾਹੀਦਾ। ਅਸੀਂ ਭੀਖ ਨਹੀਂ ਮੰਗਦੇ, ਅਸੀਂ ਕੋਈ ਇਹਨਾਂ ਤੋਂ ਸਬਸਿਡੀਆਂ ਨਹੀਂ ਮੰਗਦੇ। ਸਾਰੇ ਸਬਸਿਡੀਆਂ ਸਾਡੀਆਂ ਖਤਮ ਕਰ ਦਿਓ, ਸਾਨੂੰ ਬਿਜਲੀ ਜਿਹੜੀ ਫਰੀ ਦਿੰਦੇ ਉਹ ਖਤਮ ਕਰ ਦਿਓ, ਅਸੀਂ ਸਾਰਾ ਕੁਝ ਝੱਲਣ ਨੂੰ ਤਿਆਰ ਹਾਂ। ਸਾਨੂੰ ਸਵਾਮੀਨਾਥਨ ਰਿਪੋਰਟ ਦੇ ਨਾਲ ਤਾਂ ਜੋੜ ਦਿਓ, ਜਿਹੜੀ ਪਿਛਲੇ 15-20 ਸਾਲ ਤੋਂ 22-24 ਸਾਲ ਤੋਂ ਚੱਲਣ ਡਈ ਆ। ਇਹਦੀ ਸਰਕਾਰ ਨੇ ਬਣਵਾਈ ਸੀਗੀ, ਸਰਕਾਰ ਨੇ ਲਾਗੂ ਨਹੀਂ ਕੀਤੀ। ਮੋਦੀ ਸਾਹਿਬ ਨੇ ਪਹਿਲਾਂ ਜਦੋਂ ਇਹ ਇਲੈਕਸ਼ਨ ਲੜੀ ਆ, ਉਸ ਵੇਲੇ ਕਿਹਾ ਸੀਗਾ ਕਿ ਮੈਂ ਤੁਹਾਡੀ ਜਿਹਦੇ ਵਿੱਚ ਵੀ ਬਣਦਾ ਆ, ਪ੍ਰਧਾਨ ਮੰਤਰੀ ਦੇਸ਼ ਦਾ ਬਣਦਾ ਆ, ਮੈਂ ਸਵਾਮੀਨਾਥਨ ਰਿਪੋਰਟ ਪਹਿਲ ਦੇ ਆਧਾਰ 'ਤੇ ਪਹਿਲੀ ਮੀਟਿੰਗ ਵਿੱਚ ਲਾਗੂ ਕਰਾਂਗਾ। ਤੇ ਦੂਸਰੀ ਵਾਰੀ ਪਹਿਲੇ 5 ਸਾਲ ਹੋ ਗਏ, 2 ਸਾਲ ਆ ਚੱਲ ਗਏ। ਸਵਾਮੀਨਾਥਨ ਰਿਪੋਰਟ ਤਾਂ ਕੀ ਉਹਨੂੰ ਲਾਗੂ ਕਰਨੀ ਸੀਗੀ, ਜਿਹੜਾ ਸਾਡੇ ਮਾੜਾ ਮੋਟਾ ਚੱਲਦਾ ਸੀ, MSP ਚੱਲਦੀ ਸੀ, ਸਰਕਾਰ ਖਰੀਦ ਕਰਦੀ ਸੀ। ਹੁਣ ਉਹ ਕਹਿੰਦਾ ਸੀ ਜਿਹੜੀ ਕੇਂਦਰ ਦੀ ਸਰਕਾਰ ਹੈ, MSP ਵੀ ਚੱਲਦੀ ਰਹੂਗੀ ਅਤੇ ਆਪਣੇ ਪ੍ਰਾਈਵੇਟ ਵੀ ਖਰੀਦੂਗਾ। ਸਰਕਾਰ ਕਿੱਦਾਂ ਖਰੀਦ ਰਹੂਗੀ? ਜੇ ਮੰਨ ਲਓ ਕਿ ਪ੍ਰਾਈਵੇਟ ਆਉਂਦਾ, ਪ੍ਰਾਈਵੇਟ ਬੰਦਾ ਆਊਗਾ, ਵੱਡੀਆਂ ਵਧੀਆ ਢੇਰੀਆਂ ਲੈ ਕੇ, ਵਧੀਆ ਫਸਲ ਲੈ ਕੇ ਉਹ ਚੱਲ ਜਾਊਗਾ। ਜਿਹੜੀ ਮਾੜੀ ਮੋਟੀ ਢੇਰੀ ਖਰਾਬ ਹੈ, ਉਹਨੂੰ ਕੌਣ ਚੱਲੂਗਾ? ਜਾਂ ਮੰਨ ਲਓ ਕਿ ਕਹਿੰਦਾ ਪ੍ਰਾਈਵੇਟ ਆਉਂਦਾ ਆ, ਪ੍ਰਾਈਵੇਟ ਕਹਿੰਦਾ ਮੈਂ ਤਾਂ ਖਰੀਦਣਾ ਨਹੀਂ ਮਾਲ, ਉਹ ਕੌਣ ਚੱਲੂਗਾ? ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ। ਅਸੀਂ ਤਾਂ ਇਹ ਕਹਿੰਦੇ ਸਾਨਾ ਕਿਸੇ ਵੀ ਧਰਨੇ 'ਤੇ ਕੋਈ ਧਰਨਾ ਚੁਣ ਲੈਣ, ਚਾਹੇ ਫਲੋਰ ਵਾਲਾ ਚੁਣ ਲੈਣ, ਲੋਡੂ ਵਾਲਾ ਚੁਣ ਲੈਣ, ਚਾਹੇ ਟਾਂਡੇ ਵਾਲਾ, ਜਿਹੜਾ ਮਰਜ਼ੀ ਧਰਨਾ ਚੁਣ ਲੈਣ, ਉੱਥੇ ਆ ਕੇ ਆਪਣੇ ਬੰਦੇ ਭੇਜਣ, ਉਹਨਾਂ ਨੂੰ ਸੈਟੀਸਫਾਈ ਕਰ ਦੇਣ, ਅਸੀਂ ਛੱਡ ਦਾਂਗੇ, ਆਰਡੀਨੈਂਸ ਜਾਰੀ ਕਰ ਦੇਣ।
ਹਰ ਇੱਕ ਵਾਰ ਜਿਹੜੀ ਹੈਗੀ ਕਿਸਾਨਾਂ ਦੀ ਮੰਗ ਹੁੰਦੀ ਹੈ ਕਿ ਉਹਨਾਂ ਦੀ ਜਿਹੜੀ ਮੀਟਿੰਗ ਹੈ ਜਾਂ ਗੱਲਬਾਤ ਹੈ ਉਹ ਮੰਤਰੀਆਂ ਦੇ ਨਾਲ ਕਰਵਾਈ ਜਾਵੇ, ਉਹ ਮੰਤਰੀਆਂ ਦੇ ਨਾਲ ਜਿਹੜੇ ਇਹ ਕਾਨੂੰਨ ਤੇ ਫੈਸਲਾ ਲੈ ਸਕਦੇ ਨੇ। ਪਰ ਅੱਜ ਜਿਹੜੀ ਮੀਟਿੰਗ ਹੋਈ ਹੈ ਕਿ ਉੱਥੇ ਦੇ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਹ ਮੀਟਿੰਗ ਦੇ ਵਿੱਚ ਖੇਤੀਬਾੜੀ ਸਕੱਤਰ ਤੇ ਜੁਆਇੰਟ ਸਕੱਤਰ ਤੇ ਹੋਰ ਜਿਹੜੇ ਅਧਿਕਾਰੀ ਸੀ ਉਹ ਮੌਜੂਦ ਸੀ, ਬਲਕਿ ਜਿਹੜਾ ਅਗਰ ਕੋਈ ਮੰਤਰੀ ਦੀ ਗੱਲ ਕੀਤੀ ਜਾਵੇ ਜਿਹੜੇ ਫੈਸਲੇ ਲੈ ਸਕਦੇ ਨੇ ਇਸ ਕਾਨੂੰਨ ਤੇ ਉਹ ਕੋਈ ਵੀ ਮੌਜੂਦ ਨਹੀਂ ਸੀ। ਕੀ ਲੱਗਦਾ ਕਿ ਜਾਣਬੁੱਝ ਕੇ ਹੋ ਰਿਹਾ ਜਾਂ ਫਿਰ ਜਾਣਬੁੱਝ ਕੇ ਕਿਸਾਨਾਂ ਨੂੰ ਜਿਹੜਾ ਹੈ ਗੁੰਮਰਾਹ ਕੀਤਾ ਜਾ ਰਿਹਾ, ਦਿੱਲੀ ਬੁਲਾਇਆ ਜਾ ਰਿਹਾ, ਜਦਕਿ ਪੰਜਾਬ ਦੇ ਵਿੱਚ ਜਿਹੜੇ ਹੈਗੇ ਨੇ ਮੰਤਰੀ ਉਹ ਇਸ ਕਾਨੂੰਨ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ। ਹਾਂਜੀ ਹਾਂਜੀ, ਉਹਨਾਂ ਨੇ ਆਪਣੇ ਚ ਤਾਂ ਸਾਨੂੰ ਇੱਕ ਜਾਣੀ ਕਿ ਉਹਨੂੰ ਲੋਕਾਂ ਨੂੰ ਸਾਡੇ ਜਿਹੜੇ ਲੀਡਰ ਆ ਉਹਨਾਂ ਨੂੰ ਇੱਕ ਪ੍ਰੈਸ ਕਰਨ ਦੀ ਲੋੜ ਕੀਤੀ ਸੀ, ਬਣਾਏ ਸੀਗੀ ਇੰਸਟੀਟਿਊਸ਼ਨ ਬਣਾਈ ਸੀਗੀ ਵੀ ਇਹਨਾਂ ਨੂੰ ਪ੍ਰੈਸ ਕਰ ਦੇਵਾਂਗੇ, ਪਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ। ਦੂਸਰੀ ਗੱਲ ਜਿਹੜੀ ਰਹੀ ਹੈਗੀ ਆ ਇੱਥੇ ਦੇ ਮੰਤਰੀਆਂ ਦੀ, ਇਹ 'ਚ ਮੰਤਰੀ 3 ਬੰਦੇ 4 ਬੰਦੇ ਰਾਜ ਕਰ ਰਹੇ ਆ। ਮੋਦੀ ਰਾਜ ਕਰ ਰਿਹਾ, ਅਮਿਤ ਸ਼ਾਹ ਰਾਜ ਕਰ ਰਿਹਾ, ਡਭਾਰ ਰਾਜ ਕਰ ਰਿਹਾ, ਉਹ ਜਿਹੜਾ ਹੈਗਾ ਆ ਮੋਹਨ ਭਾਗਵਤ, 4 ਬੰਦੇ ਰਾਜ ਕਰ ਰਹੇ ਆ। ਨਾ ਖੇਤੀ ਮੰਤਰੀ ਨੂੰ ਕੋਈ ਪੁੱਛ ਰਿਹਾ ਆ, ਨਾ ਕੋਈ ਉਹਨਾਂ ਦੇ ਸੈਕਟਰੀ ਨੇ ਪੁੱਛ ਰਿਹਾ ਆ, ਨਾ ਪੰਜਾਬ ਦੇ ਕਿਸੇ ਨੇ ਪੁੱਛ ਰਿਹਾ ਆ। ਇਹ ਤਾਂ ਜਿਹੜਾ ਸਾਡੇ ਘਰ ਦਾ ਕੁੱਤਾ ਅਸੀਂ ਤਾਂ ਉਹਨੂੰ ਵੀ ਪਿਆਰ ਨਾਲ ਰੱਖਦੇ ਆ, ਇਹ ਤਾਂ ਉਹਨਾਂ ਨੂੰ ਵੀ ਕੁੱਤੇ ਦੀ ਥਾਂ ਨਹੀਂ ਸਮਝਦੇ, ਆਪਣੇ ਮੰਤਰੀਆਂ ਨੂੰ ਵੀ ਕੁੱਤੇ ਦੀ ਥਾਂ ਨਹੀਂ ਸਮਝਦੇ। ਉਹਨਾਂ ਤਾਂ ਪੁੱਛਦੇ ਕੁਛ ਨਹੀਂ ਗੇ, ਸਾਡੇ ਨਾਲ ਕੀ ਗੱਲ ਕਰਨਗੇ, ਕੀ ਸਾਨੂੰ ਸਮਝਾਉਣਗੇ ਉਹ, ਜਦ ਕਿ ਨਾ ਮੋਹਨ ਭਾਗਵਤ ਮੰਨੇ, ਨਾ ਮੰਨੇ ਮੋਦੀ, ਨਾ ਅਮਿਤ ਸ਼ਾਹ ਮੰਨੇ, ਇਹ ਤਾਂ 4 ਹੀ ਨਹੀਂ ਮੰਨਦੇ ਹੈਗੇ। ਡਭਾਲ ਨਹੀਂ ਮੰਨਦਾ ਹੈਗਾ, ਕੋਈ ਵੀ ਨਹੀਂ ਮੰਨਦਾ ਇਹਨਾਂ 'ਚੋਂ। ਤਾਂ ਗੱਲ ਕਹਿੰਦੇ ਲੈ ਕੇ ਹੈ ਨਹੀਂ ਗੇ, ਤਾਂ 4 ਬੰਦੇ ਤਾਂ ਗੱਲ ਕਹਿੰਦੇ ਲਾਇਕ ਕੇ ਹੈ ਨਹੀਂ ਗੇ। ਇਹਨਾਂ ਨੂੰ ਕੀ ਪਤਾ ਕਿੱਦਾਂ ਫਸਲ ਪੈਦਾ ਕੀਤੀ ਜਾਂਦੀ, ਕਿੱਦਾਂ ਵੇਚੀ ਜਾਂਦੀ ਹੈ, ਕਿੱਥੋਂ ਕਿੱਥੋਂ ਕੀ ਹੁੰਦਾ ਆ, ਇਹਨਾਂ ਇਸ ਬਾਰੇ ਤਾਂ ਪਤਾ ਹੀ ਕੁਛ ਨਹੀਂ ਗਾ। ਇਹ ਤਾਂ ਏਸੀਆਂ 'ਚ ਬਹਿ ਕੇ ਆਪਣਾ ਕੰਮ ਕਰਨ ਵਾਲੇ ਆ। ਜੋ ਆਰਡਰ ਕੀਤਾ ਜਾਰੀ ਕਰ ਆਰਡੀਨੈਂਸ ਕੀਤਾ ਸੀਗਾ ਜਾਰੀ, ਪਹਿਲਾਂ ਜਥੇਬੰਦੀਆਂ ਨੂੰ ਸਾਦੇ ਜਥੇਬੰਦੀਆਂ ਨੇ ਗੱਲ ਕਰਦੇ ਵੀ ਭਾਈ ਸਾਹਿਬ ਤੁਹਾਡੇ ਨਾਲ ਗੱਲ ਕਰਨ ਲੱਗੇ ਆ, ਸਾਡਾ ਪਹਿਲਾਂ ਕਰੋ। ਹੁਣ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਆ, ਸਾਡੀਆਂ 3 ਮੀਟਿੰਗਾਂ ਪੱਕੀਆਂ ਹੁੰਦੀਆਂ ਸੀਗੀਆਂ ਉਹਨਾਂ ਸਾਲ ਦੇ ਵਿੱਚ, ਹਰੇਕ ਸਾਲ 3 ਮੀਟਿੰਗਾਂ ਸਾਡੀਆਂ ਪੱਕੀਆਂ ਹੁੰਦੀਆਂ ਸੀ ਯੂਨੀਅਨ ਦੀਆਂ। ਇਹ ਪ੍ਰਧਾਨ ਮੰਤਰੀ ਜਦ ਬਣੇ 8 ਸਾਲ ਹੋ ਚੱਲੇ ਆ, ਇਸ ਨੇ ਇੱਕ ਹਜੇ ਸਾਡੇ ਨਾਲ ਜਥੇਬੰਦੀ ਕਿਸਾਨ ਯੂਨੀਅਨ ਦੀ ਇੱਕ ਪਾਸੇ ਦੇ ਕਿਸੇ ਵੀ ਜਥੇਬੰਦੀ ਨਾਲ, ਚਾਹੇ ਉਹ ਹੋਵੇ ਆਪਣੀ ਮਤਲਬ ਕਿ ਕਾਰਖਾਨੇਦਾਰ ਹੋਣ, ਚਾਹੇ ਕੋਈ ਹੋਰ ਜਥੇਬੰਦੀ ਹੋਵੇ, ਕਿਸੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਅੰਬਾਨੀ ਤੇ ਅੰਡਾਨੀ, ਬੈਲਾ, ਟਾਟਾ, ਰਿਲਾਇੰਸ, ਆਹ ਜਥੇਬੰਦੀਆਂ ਇਹਦੀਆਂ ਆਹੀ ਕੁਛ ਇਹਨਾਂ ਦੁਆਲੇ ਇਹ ਘੁੰਮੀ ਜਾਂਦਾ ਆ। ਇਹਨੇ ਸਾਰੀ ਹਜੇ ਤੱਕ ਮੀਟਿੰਗ ਨਹੀਂ ਕੀਤੀ। ਹੁਣ ਤੱਕ ਕੋਈ ਵੀ ਪ੍ਰਧਾਨ ਮੰਤਰੀ ਬਣਾ 3 ਮੀਟਿੰਗਾਂ ਸਾਡੀਆਂ ਪੱਕੀਆਂ ਹੁੰਦੀਆਂ, ਹਰ 4 ਮਹੀਨੇ ਬਾਅਦ ਮੀਟਿੰਗ ਸਾਡੀ ਆਪ ਸੱਦਦੇ ਹੁੰਦੇ ਸੀਗੇ, ਇਹ ਤੁਸੀਂ ਆਪਣੀ ਯੂਨੀਅਨ ਲੈ ਕੇ ਆਓ, ਸਾਡੇ ਨਾਲ ਮੀਟਿੰਗ ਕਰੋ। ਇਹਨੇ ਹਜੇ ਤੱਕ ਮੀਟਿੰਗ ਨਹੀਂ ਸਾਡੇ ਨਾਲ ਕੀਤੀ। ਕਿਸਾਨੀ ਦੇ ਮੁੱਦੇ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਜਾ ਰਹੀ? ਕਿਉਂਕਿ ਦੇਖਿਆ ਜਾਵੇ ਤਾਂ ਜ਼ਿਆਦਾ ਜਿਹੜੀ ਕਿਸਾਨੀ ਹੈ ਪੰਜਾਬ ਦੇ ਵਿੱਚ ਹੀ ਹੈ। ਇਹ ਜਿਹੜੇ ਅੰਬਾਨੀ ਅੰਡਾਨੀ ਨੇ ਇਹਨਾਂ ਦੇ ਨਾਲ ਹੀ ਫੈਸਲੇ ਲੈ ਕੇ ਜਿਹੜੇ ਇਹ ਕਾਨੂੰਨ ਕਿਉਂ ਬਣਾ ਦਿੱਤੇ ਜਾਂਦੇ ਨੇ, ਕੀ ਲੱਗਦਾ ਤੁਹਾਨੂੰ? ਪੰਜਾਬ ਜਿਸ ਵੇਲੇ ਭਾਰਤ ਜਿਹੜਾ ਸੀਗਾ ਬਿਲਕੁਲ ਭੁੱਖਾ ਮਰ ਰਿਹਾ ਸੀਗਾ, ਖਾਣ ਨੂੰ ਦਾਣਾ ਨਹੀਂ ਸੀਗਾ, ਬਾਹਰਲੇ ਦੇਸ਼ਾਂ ਦੇ ਵਿੱਚੋਂ ਇਹ ਮਹਿੰਗੇ ਭਾਅ ਦੇ ਅੰਨ ਖਰੀਦਦੇ ਸੀਗੇ। ਉਹ ਅੰਨ ਵੀ ਕਿਹੜਾ ਮਿਲਦਾ ਸੀ ਉਹ ਤੁਹਾਨੂੰ ਦੱਸ ਦੇਈਏ, ਜਾਣਕਾਰੀ ਵਿੱਚ ਵਾਧਾ ਕਰਦੇ ਆ। ਉਹ ਅੰਨ ਉਹ ਹੁੰਦਾ ਸੀਗਾ, ਉਹ ਉੱਥੇ ਲੌਸਮੈਂਟਾਂ ਕਰਦੇ ਸੀਗੇ ਵੀ ਭਾਰਤ ਵਿੱਚ ਲੋਕੀ ਭੁੱਖੇ ਮਰ ਰਹੇ ਆ, ਜਿਹੜਾ ਤੁਹਾਡੇ ਘਰ ਵਿੱਚ ਬਚਿਆ ਖੁਚਿਆ ਗੰਦਿਆ ਸੜਿਆ ਗਲਿਆ ਦਾਣਾ ਹੈਗਾ ਆ ਉਹ ਇਹ ਡਸਟਬਿਨ 'ਚ ਪਾ ਦਿਓ। ਉਹ ਉੱਥੇ ਪਾ ਦਿੰਦੇ ਸੀਗੇ, ਉਹ ਸਾਨੂੰ ਮੁੱਲ ਦਿੰਦੇ ਸੀਗੇ। ਅਸੀਂ ਪੰਜਾਬੀ ਨਹੀਂ, ਭਾਰਤ ਵਾਲੇ ਖਾਂਦੇ ਸੀਗੇ, ਜਿਹੜੇ ਬਾਕੀ ਸਟੇਟਾਂ ਸੀਗੀਆਂ। ਨਾ ਹਰਿਆਣਾ ਖਾਂਦਾ ਸੀ ਉਹ ਮਾਲ, ਨਾ ਖਾਂਦਾ ਸੀਗਾ ਆਪਣਾ ਹਰਿਆਣਾ ਤੇ ਨਾ ਪੰਜਾਬ। 2 ਸਟੇਟਾਂ ਇਹੋ ਜਿਹੀਆਂ ਜਿਹੜੀਆਂ ਉਹ ਗੰਦ ਨਹੀਂ ਖਾਂਦੀਆਂ ਸੀਗੀਆਂ। ਲੇਕਿਨ ਬਾਕੀ ਪੰਜਾਬ ਦੇ ਜਿਹੜੇ ਸੂਬੇ ਕਰਨਾਟਕਾ, ਅਸਾਮ, ਜੋ ਵੀ ਉੜੀਸਾ ਹੈਗੇ ਆ, ਉਹ ਸਾਰਿਆਂ ਨੂੰ ਉਹ ਸਮਾਨ ਮਿਲਦਾ ਹੈ ਖਾਣ ਨੂੰ। ਫਿਰ ਉਹਨਾਂ ਨੇ ਅੱਖ ਕੀਤੀ ਸੀ ਆਪਣੇ ਸਾਰੇ ਇੰਡੀਆ ਦੇ ਵਿੱਚ ਇੱਕ ਸਰਵੇ ਕੀਤਾ ਵੀ ਕਿਹੜੀ ਜਗ੍ਹਾ ਇਹੋ ਜਿਹੀ ਹੈਗੀ ਆ ਜਿਹੜੀ ਪੰਜਾਬ ਨੂੰ ਜਾਂ ਮਤਲਬ ਕਿ ਭਾਰਤ ਨੂੰ ਅੰਨ ਦੇ ਖੁਸ਼ਹਾਲ ਕਰ ਸਕੇ। ਪੰਜਾਬ ਤੇ ਹਰਿਆਣਾ ਜਿਹੜੇ ਸੀਗੇ ਉਹ ਉਹਨਾਂ ਦੇ ਅੱਖ ਵਿੱਚ ਆਏ। ਉਹਨਾਂ ਨੇ ਖੁਸ਼ਹਾਲ ਕਰ ਦਿੱਤਾ, ਅੰਨ ਭੰਡਾਰ ਭਰ ਦਿੱਤੇ, ਭੁੱਖਮਰੀ ਦੂਰ ਕਰ ਦਿੱਤੇ, ਬਾਹਰੋਂ ਅੰਨ ਗਾਉਣਾ ਬੰਦ ਹੋ ਗਿਆ, ਉਹਨਾਂ ਲੋੜ ਨਹੀਂ ਪਈ, ਉਹ ਖਤਮ ਕਰ ਦਿੱਤਾ ਉਹਨਾਂ ਨੇ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਇੱਕ ਗਿਫਟ ਦਿੱਤਾ ਸੀਗਾ ਵੀ ਤੁਸੀਂ ਇਹ ਜਿਹੜਾ ਇਹ ਕਰ ਰਹੇ ਆ ਇਹ ਲਗਾਤਾਰ ਜਾਰੀ ਰੱਖਿਓ, ਸਾਡੇ ਅੰਨ ਭੰਡਾਰ ਭਰੇ ਰੱਖਿਓ। ਫਿਰ ਅਸੀਂ ਤੁਹਾਨੂੰ MSP ਦੇ ਨਾਲ ਜਿਹੜੀਆਂ ਫਸਲਾਂ ਤੋਂ ਅਸੀਂ 25 ਫਸਲਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ 25 ਫਸਲਾਂ ਸੀਗੀਆਂ ਜਿਨ੍ਹਾਂ ਦਾ ਨਹੀਂ ਰੇਟ ਤੈਅ ਕੀਤਾ ਸੀਗਾ ਵੀ ਤੁਸੀਂ ਇਹ ਗਾਓ, ਅਸੀਂ ਤੁਹਾਡੀਆਂ ਖਰੀਦਾਂਗੇ। ਗਿਫਟ ਦਿੱਤਾ ਸੀ ਸਾਨੂੰ। ਉਹ ਗਿਫਟ ਦੇ ਉੱਤੇ ਅੱਜ ਕੱਲ੍ਹ ਜੁਰਮਾਨਾ ਪਾ ਕੇ ਖਰੀਦਣ ਨੂੰ ਫਿਰਦੇ ਆ, ਵਾਪਸ ਲੈਣ ਨੂੰ ਫਿਰਦੇ ਆ, ਜੁਰਮਾਨਾ ਪਾ ਕੇ। ਸਾਨੂੰ ਨਹੀਂ ਗਿਫਟ ਦਿੱਤਾ ਸੀ ਇਸ ਗੱਲ ਦਾ 25 ਫਸਲਾਂ ਦਾ, ਬਾਕੀ ਸੂਬਿਆਂ ਵਿੱਚ 23 ਫਸਲਾਂ ਦਾ ਆ। ਸਾਡੇ ਕਣਕ ਝੋਨੇ ਦਾ ਐਕਸਟਰਾ ਆ, ਬਾਕੀ ਸੂਬਿਆਂ ਵਿੱਚ ਹੈਗਾ 23 ਫਸਲਾਂ ਦਾ। ਹੁਣ ਸਾਰੇ ਇੰਡੀਆ ਦਾ ਖਤਮ ਕਰਨ ਫਿਰਦੇ ਆ। ਰੇਲ ਰੋਕੋ ਅੰਦੋਲਨ ਕਦੋਂ ਤੱਕ ਚੱਲ ਸਕਦਾ ਹੈ? ਜਦੋਂ ਤੱਕ ਮੈਡਮ ਕੋਈ ਫੈਸਲਾ ਨਹੀਂ ਹੁੰਦਾ, ਜਿੰਨਾ ਚਿਰ ਜਿਹੜੇ 3 ਆਰਡੀਨੈਂਸ ਜਿਹੜੇ ਆ ਕਿਸਾਨਾਂ ਦੇ ਬੜੇ ਖਤਰਨਾਕ ਆਰਡੀਨੈਂਸ ਆ,
ਜਿਹੜੀ ਉਹਨਾਂ ਨੂੰ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਅਸੀਂ ਇਹ ਅੰਦੋਲਨ ਵਾਪਸ ਨਹੀਂ ਲਵਾਂਗੇ। ਜੋ ਕੁਛ ਮਰਜ਼ੀ ਹੋ ਜਾਵੇ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ, ਲੇਕਿਨ ਅਸੀਂ ਕਿਸਾਨਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਸਾਡੀਆਂ ਤਾਂ ਉਮਰਾਂ ਬੀਤ ਗਈਆਂ, ਲੇਕਿਨ ਅਸੀਂ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਅਸੀਂ ਖਤਰੇ ਵਿੱਚ ਨਹੀਂ ਪਾਵਾਂਗੇ। ਬੱਚਿਆਂ ਦੀ ਸਰਕਾਰਾਂ ਆਉਂਦੀਆਂ, ਚਲੋ ਪਰਮੇਸ਼ਰ ਨੇ ਜੇ ਇਹਨੂੰ ਦੁਬਾਰਾ ਰਾਜ ਭਾਗ ਦਿੱਤਾ, ਮਾਲਕ ਨੇ ਇਹਨੂੰ ਦੇਖੋ ਜਦੋਂ ਸਰਕਾਰਾਂ ਆਉਂਦੀਆਂ ਤੇ ਦੂਜਿਆਂ ਨੂੰ ਰੁਜ਼ਗਾਰ ਦਿੰਦੀਆਂ। ਜਿਹੜੇ ਅਵਾਨੀ ਡਾਨੀ ਆ ਉਹਨਾਂ ਕੋਲ ਤਾਂ ਪਹਿਲਾਂ ਹੀ ਸਾਰੇ ਵਰਲਡ ਵਿੱਚ ਰੁਜ਼ਗਾਰ ਬਹੁਤ ਆ। ਇਹ ਸਾਡੇ ਕੋਲ ਕਿਉਂ ਰੁਜ਼ਗਾਰ ਖੋ ਕੇ ਕਿਉਂ ਉਹਨਾਂ ਨੂੰ ਦੇਣਾ ਚਾਹੁੰਦੇ ਆ? ਸਗੋਂ ਮੋਦੀ ਸਾਹਿਬ ਨੇ ਇਹ ਚਾਹੀਦਾ ਵੀ ਉਹ ਸਾਨੂੰ ਵੀ ਸਬਸਿਡੀ ਦੇਣ। ਜਿੱਦਾਂ ਅਸੀਂ ਦੇਖੋ ਸਾਡਾ ਬੁਰੀ ਤਰ੍ਹਾਂ ਕਿਸਾਨ ਕਰਜ਼ੇ ਥੱਲੇ ਆਇਆ ਹੋਇਆ, ਤੇ ਲੇਕਿਨ ਅਸੀਂ ਧਰਮ ਨੂੰ ਨਿਭਾਉਂਦੇ ਹੋਏ ਫਿਰ ਕਰਜ਼ੇ ਥੱਲੇ ਹੁੰਦਿਆਂ ਹੋਇਆ ਫਿਰ ਵੀ ਅਸੀਂ ਜਿਹੜਾ ਆਪਣਾ ਧਰਮ ਨਿਭਾ ਕੇ ਫਸਲਾਂ ਤਿਆਰ ਕਰਕੇ ਫਿਰ ਵੀ ਦੇ ਰਹੇ ਹਾਂ। ਕਿਉਂਕਿ ਦੇਖੋ ਹੁਣ ਤੇਲ ਜਿਹੜਾ ਸਾਨੂੰ ਡੀਜ਼ਲ ਆ ਉਹ ਪੈਟਰੋਲ ਦੇ ਰੇਟ ਮਿਲਦਾ, ਜਦ ਕਿ ਲੋਕਡਾਊਨ ਦੇ ਵਿੱਚ ਪੈਟਰੋਲ ਦੀ ਜਿਹੜੀ ਡੀਜ਼ਲ ਆ ਇਹਨਾਂ ਨੂੰ ਫ੍ਰੀ ਦੇ ਤੌਰ 'ਤੇ ਮਿਲਿਆ, ਲੇਕਿਨ ਸਾਨੂੰ 75 ਰੁਪਏ ਲੀਟਰ ਦਾ ਪੈਟਰੋਲ ਆ। ਅਸੀਂ ਟਰੈਕਟਰਾਂ ਵਿੱਚ ਪੈਟਰੋਲ ਬਾਲ ਕੇ ਸਮਝ ਲਓ ਖੇਤੀ ਕਰ ਰਹੇ ਹਾਂ, ਇੰਜਣਾਂ ਵਿੱਚ ਪੈਟਰੋਲ ਬਾਲ ਕੇ ਹੀ ਜਿਹੜੀ ਇਹ ਖੇਤੀ ਕਰ ਰਹੇ ਹਾਂ। ਸਾਨੂੰ ਬਿੱਲ ਦੇਣ 'ਚ ਕੋਈ ਦਿੱਕਤ ਨਹੀਂ ਹੈਗੀ। ਅਸੀਂ ਕਹਿੰਦੇ ਵੀ ਸਾਡਾ ਦੁੱਗਣਾ ਬਿੱਲ ਕਰ ਦਿਓ, ਲੇਕਿਨ ਸਾਨੂੰ ਬਿਜਲੀ ਦਿਓ। ਸਾਡੀ ਹੁਣ ਇਸ ਟਾਈਮ ਮੈਡਮ ਜਿਹੜੀ ਆ 2-3 ਘੰਟੇ ਸਾਨੂੰ ਬਿਜਲੀ ਮਿਲਦੀ ਆ। ਜਿਹੜੀ ਤਾਂ ਸਾਡੀ ਪੰਜਾਬ 'ਚ ਬਿਜਲੀ ਪੈਦਾ ਹੁੰਦੀ ਆ, ਪੰਜਾਬ ਦਾ ਨੁਕਸਾਨ ਹੁੰਦਾ, ਉਹ ਦਿੱਲੀ ਨੂੰ ਫ੍ਰੀ ਦਿੱਤੀ ਜਾਂਦੀ ਆ। ਲੇਕਿਨ ਉਲਟਾ ਜਿਹੜੀ ਪੰਜਾਬ 'ਚ ਜਿਹੜੀ ਆ ਕੋਲੇ ਤੋਂ ਬਿਜਲੀ ਤਿਆਰ ਹੁੰਦੀ ਆ, ਜਿਹੜੀ ਸਾਨੂੰ ਬੜੀ ਮਹਿੰਗੀ ਤਿਆਰ ਹੁੰਦੀ ਆ, ਉਹ ਸਾਨੂੰ ਇੰਨਾ ਮਹਿੰਗੀ ਬਿਜਲੀ ਮਿਲ ਰਹੀ ਆ। ਇਸ ਕਰਕੇ ਅਸੀਂ ਸਾਰੇ ਪੰਜਾਬੀ ਹਰ ਇੱਕ ਵਰਗ ਜਿਹੜਾ 25 ਤਰੀਕ ਨੂੰ ਧਰਨਾ ਲਾਇਆ, ਉਹਦੇ ਵਿੱਚ ਹਰ ਇੱਕ ਵਰਗ ਨੇ ਸਾਡਾ ਬੜਾ ਸਾਥ ਦਿੱਤਾ। ਅਸੀਂ ਸਾਰੇ ਉਹਨਾਂ ਦੇ ਧੰਨਵਾਦੀ ਵੀ ਹਾਂ। ਲੇਕਿਨ ਇਸ ਵੇਲੇ ਸਾਰਾ ਪੰਜਾਬ ਜਿਹਦਾ ਕਿਸਾਨ, ਮਜ਼ਦੂਰ, ਵਪਾਰੀ, ਆੜ੍ਹਤੀਆ ਸਾਰੇ ਅਸੀਂ ਇਕੱਠੇ ਹਾਂ, ਔਰ ਸਾਡੀਆਂ 30 ਯੂਨੀਅਨਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਆ। ਅਸੀਂ ਕਿਸੇ ਵੀ ਕੀਮਤ 'ਤੇ ਦੇਵਾਂਗੇ ਨਹੀਂ, ਜੋ ਮਰਜ਼ੀ ਹੋ ਜਾਵੇ, ਚਾਹੇ ਸਾਨੂੰ ਇਕੱਲੇ ਨੂੰ ਜਿਹੜੀ ਕੁਰਬਾਨੀ ਕਰਨੀ ਪਵੇ, ਸਾਨੂੰ ਕੋਈ ਦਿੱਕਤ ਨਹੀਂ ਹੈਗੀ। ਜੇ ਮੈਨੂੰ ਹੁਣ ਹਾਰਟ ਅਟੈਕ ਮੈਂ ਹੁਣ ਵੀ ਖਤਮ ਹੋਣਾ, ਲੇਕਿਨ ਇਕੱਲਾ ਕੁਰਬਾਨੀ ਕਰਨ ਨੂੰ ਤਿਆਰ ਹਾਂ, ਲੇਕਿਨ ਅਸੀਂ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦੇਵਾਂਗੇ। ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਕਿ ਅੰਦੋਲਨ ਜਿਹੜੇ ਪੰਜਾਬ ਦੇ ਵਿੱਚ ਅੰਦੋਲਨ ਹੋ ਰਹੇ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੈ, ਪਰ ਜਦੋਂ ਉੱਥੇ ਕਿਸਾਨਾਂ ਦੀ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਪਹੁੰਚਦੀ ਹੈ ਤਾਂ ਉਹਨਾਂ ਨੂੰ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੇ ਬਾਰੇ ਸਮਝਾਇਆ ਜਾਂਦਾ ਹੈ। ਕੀ ਲੱਗਦਾ? ਦੇਖੋ ਇਹ ਤਾਂ ਇੱਕ ਬੜਾ ਕੋਝਾ ਮਜ਼ਾਕ ਕੀਤਾ। ਜਦੋਂ ਕੱਲ ਮੀਟਿੰਗ ਕੀਤੀ ਇਹਨਾਂ ਨੇ, ਜਿਹੜੀਆਂ 29 ਜਥੇਬੰਦੀਆਂ ਸੀਗੀਆਂ, ਉਹਨਾਂ ਨੇ ਸਰਬਸੰਮਤੀ ਨਾਲ ਹੀ 7 ਮੈਂਬਰ ਚੁਣ ਲਏ ਵੀ ਇਹ 7 ਮੈਂਬਰ ਜਿਹੜੇ ਆ ਇਹ ਸਾਡੀ ਗੱਲ ਕਰਨਗੇ। ਉਹਨਾਂ ਨੂੰ ਬੜਾ ਵਿਸ਼ਵਾਸ ਹੈ ਆਪਣੇ ਜਿਹੜੇ ਇਹ 7 ਮੈਂਬਰਾਂ 'ਤੇ। ਉਹ ਵੀ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਸਹੀ ਢੰਗ ਨਾਲ ਗਏ ਆ। ਲੇਕਿਨ ਜਦੋਂ ਉੱਥੇ ਦਾ ਖੇਤੀਬਾੜੀ ਮੰਤਰੀ ਸੀ ਉਹ ਉਹਨਾਂ ਨੂੰ ਮਿਲਿਆ ਨਹੀਂਗਾ। ਲੇਕਿਨ ਇਹ ਇੱਕ ਕੋਝਾ ਮਜ਼ਾਕ ਕੀਤਾ ਸਾਡੇ ਨਾਲ। ਲੇਕਿਨ ਸੈਂਟਰ ਨੂੰ ਇੱਦਾਂ ਨਹੀਂ ਚਾਹੀਦਾ ਸੀਗਾ। ਦੇਖੋ ਅਸੀਂ 1 ਤਰੀਕ ਤੋਂ ਕਿੰਨਾ ਸਾਨੂੰ ਮਹੀਨੇ 2 ਮਹੀਨੇ ਹੋ ਗਏ ਆ ਜਿਹੜਾ ਰੇਲਾਂ ਦੇ ਸਟੇਸ਼ਨਾਂ 'ਤੇ ਬੈਠੇ ਆ, ਜਦ ਕਿ ਸਾਡਾ ਹਾੜੀ ਦਾ ਸੀਜ਼ਨ ਵੀ ਆ। ਸਾਡੇ ਹੁਣ ਇਸ ਟਾਈਮ ਸਾਡੀ ਵੀ ਕੰਬਾਈਨ ਚੱਲ ਰਹੀ ਆ, ਲੇਕਿਨ ਅਸੀਂ ਕਿਸੇ ਨੂੰ ਕਹਿ ਕੇ ਉਹ ਪਿੱਛੇ ਕੰਮ ਕਰਵਾ ਰਹੇ ਆ, ਜਾਂ ਗਵਾਂਢੀ ਕੋਈ ਜਾਂ ਸਾਡਾ ਪਰਿਵਾਰ ਦੇਖੇ ਕਿ ਜੀ ਅਸੀਂ ਦਿਨ ਰਾਤ ਧਰਨਿਆਂ 'ਤੇ ਬੈਠੇ ਆ। ਲੇਕਿਨ ਸਰਕਾਰ ਨੂੰ ਸਾਡੇ ਨਾਲ ਇੱਦਾਂ ਨਹੀਂ ਕਰਨਾ ਚਾਹੀਦਾ। ਜਿਹੜਾ ਕਿਸਾਨ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਾਡੇ ਸਾਰਿਆਂ ਵਾਸਤੇ ਜਿਹੜਾ ਅਨਾਜ ਪੈਦਾ ਕਰ ਰਹੇ ਆ, ਲੇਕਿਨ ਉਹਨਾਂ ਨਾਲ ਹੀ ਅਸੀਂ ਜੜ੍ਹਾਂ ਵੱਢ ਰਹੇ ਉਹਨਾਂ ਦੀਆਂ। ਦੇਖੋ ਅਸੀਂ ਜਿਹੜਾ ਦਿਨ ਰਾਤ ਕਰਕੇ ਘਾਟਾ ਖਾ ਕੇ, ਬੇਸ਼ੱਕ ਅਸੀਂ ਕਰਜ਼ਾਈ ਆ, ਫਿਰ ਵੀ ਅਸੀਂ ਜਿਹੜਾ ਕੰਮ ਕਰਕੇ ਅਸੀਂ ਖਵਾ ਰਹੇ ਆ, ਅਨਾਜ ਦੇ ਰਹੇ ਆ, ਲੇਕਿਨ ਸਾਡੇ ਨਾਲ ਫਿਰ ਜਿਹੜਾ ਇਸ ਤਰ੍ਹਾਂ ਧੱਕਾ ਹੋ ਰਿਹਾ, ਇਹ ਅਸੀਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ। ਜਿਸ ਤਰ੍ਹਾਂ ਹੁਣ ਕਿਸਾਨਾਂ ਨੇ ਉੱਥੋਂ ਵਾਕਆਊਟ ਕਰਤਾ ਹੈ ਮੀਟਿੰਗ ਦੇ ਵਿੱਚੋਂ, ਹੁਣ ਕੀ ਚਾਹੁੰਦੇ ਹੋ ਕਿ ਇਸ ਤੋਂ ਬਾਅਦ ਜਿਹੜੀ ਮੀਟਿੰਗ ਹੈ ਕਿਸੇ ਮੰਤਰੀ ਨਾਲ ਹੋਵੇ ਜਾਂ ਫਿਰ ਡਾਇਰੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ? ਦੇਖੋ ਅੱਗੇ ਜਿਹੜੀ ਸੀ ਨਾ, ਜਦੋਂ ਅੱਗੇ ਵੀ ਜਿਹੜਾ ਇਹਨਾਂ ਨੇ ਸੱਦਾ ਦਿੱਤਾ ਸੀ ਉਹ ਲਿਖਤੀ ਤੌਰ 'ਤੇ ਨਹੀਂ ਦਿੱਤਾ ਸੀਗਾ, ਚਲਮਾ ਸੱਦਾ ਆਇਆ ਸੀ। ਲੇਕਿਨ ਸਾਡੇ ਜਥੇਬੰਦੀਆਂ ਨੇ ਇਹ ਗੱਲ ਕਹੀ ਸੀ ਸਾਨੂੰ ਲਿਖਤੀ ਤੌਰ 'ਤੇ ਸੱਦਾ ਆਵੇ। ਹੁਣ ਸੱਦਾ ਤੇ ਜਿਹੜੀਆਂ 29 ਯੂਨੀਅਨਾਂ ਨੇ ਸੀ ਉਹਨਾਂ ਨੂੰ ਲਿਖਤੀ ਤੌਰ 'ਤੇ ਆਇਆ। ਸਾਨੂੰ ਇਸ ਤਰ੍ਹਾਂ ਨਹੀਂ ਪਤਾ ਸੀ ਵੀ ਸਾਡੇ ਨਾਲ ਜਿਹੜਾ ਇਸ ਤਰ੍ਹਾਂ ਇਹਨਾਂ ਨੇ ਕਰਨਾ ਹੈ, ਲੇਕਿਨ ਇਹਨਾਂ ਨੇ ਬਹੁਤ ਸਾਡੇ ਨਾਲ ਕੋਝਾ ਮਜ਼ਾਕ ਕੀਤਾ। ਜਿਹੜੇ ਜ਼ਿੰਮੇਵਾਰ ਜਿਹੜੇ ਮੰਤਰੀ ਸੀ ਉਹਨਾਂ ਨੂੰ ਕਰਨਾ ਚਾਹੀਦਾ, ਜਿਨ੍ਹਾਂ ਨੂੰ ਇਹ ਕਾਨੂੰਨ ਨੂੰ ਜਿਹੜਾ ਆਰਡੀਨੈਂਸ ਨੂੰ ਜਾਣੀ ਕਿ ਕਟਾ ਸਕਦੇ ਸੀਗੇ, ਲੇਕਿਨ ਉਹ ਚੰਗੀ ਤਰ੍ਹਾਂ ਜਿਹੜੀ ਆ ਕਿਸਾਨਾਂ ਦੀ ਗੱਲ ਸੁਣਦੇ। ਸਿਆਣੇ ਗੱਲ ਕਹਿੰਦੇ ਆ ਵੀ ਜੇ ਕੋਈ ਦੁਸ਼ਮਣ ਵੀ ਚੱਲ ਕੇ ਆ ਜਾਵੇ ਤਾਂ ਉਹਦਾ ਸਤਿਕਾਰ ਕਰਨਾ ਚਾਹੀਦਾ। ਲੇਕਿਨ ਅਸੀਂ ਤਾਂ ਇਸ ਦੇਸ਼ ਲਈ ਪੈਦਾ ਕਰ ਰਹੇ ਹਾਂ ਅਨਾਜ। ਦੇਖੋ ਕੱਪੜਾ ਨਾ ਪਾਵਾਂਗੇ ਸਰਜੂ, ਜੇ ਅਨਾਜ ਢੱਡ 'ਚ ਨਹੀਂ ਜਾਊਗਾ 4 ਘੰਟੇ ਦਾ ਸਾਡਾ ਨਹੀਂ ਸਰੇਗਾ। ਲੇਕਿਨ ਉਹਨਾਂ ਨੇ ਕੋਝਾ ਮਜ਼ਾਕ ਕੀਤਾ ਬਹੁਤ ਜ਼ਿਆਦਾ। ਸਾਨੂੰ ਇਸ ਗੱਲ ਦਾ ਬੜਾ ਦੁੱਖ ਆ। ਬਾਕੀ ਜੋ ਵੀ ਸਾਡੇ ਜਿਹੜੇ ਆਗੂ ਆ ਜਿਹੜੀ 29 ਯੂਨੀਅਨ ਹੈਗੀਆਂ, ਔਰ ਜਿਹੜੀ ਉਹਨਾਂ ਦੀ 7 ਮੈਂਬਰੀ ਕਮੇਟੀ ਫੈਸਲਾ ਲਏਗੀ, ਜਿਸ ਤਰ੍ਹਾਂ ਵੀ ਸਾਨੂੰ ਫੈਸਲਾ ਦੇਣਗੇ ਅਸੀਂ ਸ਼ਾਂਤਮਈ ਢੰਗ ਨਾਲ ਇਹਨੂੰ ਅਸੀਂ ਹੋਰ ਅੱਗੇ ਵਧਾਵਾਂਗੇ। ਇਸ ਤੋਂ ਵੀ ਤਿੱਖਾ ਸੰਘਰਸ਼ ਕਰਾਂਗੇ, ਜੋ ਵੀ ਸਾਨੂੰ ਉਹਨਾਂ ਦਾ ਨਿਰਦੇਸ਼ ਆਏਗਾ ਉਹਦੇ ਮੁਤਾਬਕ। ਜਿਹੜਾ ਸਾਡੇ 'ਤੇ ਇੱਕ ਇਲਜ਼ਾਮ ਲਾਉਂਦੇ ਵੀ ਉਹਦੇ ਨਾਲ ਜਿਹੜੀ ਆ ਗੱਡੀ ਭੰਨੀ ਆ, ਬਿਲਕੁਲ ਨਹੀਂ। ਅਸੀਂ ਇਹ ਕਦੇ ਵੀ ਨਹੀਂ ਕਰ ਸਕਦੇ। ਉਹਨਾਂ ਨੇ ਜਾਣ-ਬੁੱਝ ਕੇ ਜਾਂ ਤਾਂ ਆਪਣੇ ਬੰਦਿਆਂ ਤੋਂ ਕਰਵਾਇਆ ਇਹ ਸਾਨੂੰ ਬਦਨਾਮ ਕਰਨ ਵਾਸਤੇ, ਕਿਉਂਕਿ ਸਾਡੀ ਵਾਰ-ਵਾਰ ਇੱਥੇ ਮੀਟਿੰਗ ਵਿੱਚ ਸਾਰਿਆਂ ਨੂੰ ਅਸੀਂ ਇਹ ਦੱਸਿਆ ਜਾਂਦਾ ਵੀ ਕਿਸੇ ਨੇ ਵੀ ਕੋਈ ਭੰਨ ਤੋੜ ਨਹੀਂ ਕਰਨੀ ਔਰ ਸ਼ਾਂਤਮਈ ਢੰਗ ਨਾਲ ਕਰਨਾ। ਜਿਹੜਾ ਸ਼ਾਂਤੀ ਨਾਲ ਜਿਹੜਾ ਮੋਮ ਆ
ਜਿਹੜਾ ਪੱਥਰ ਉਹ ਪੱਥਰ ਹੈ ਉਹ ਵੀ ਪਿਘਲ ਜਾਂਦਾ ਸ਼ਾਂਤੀ ਨਾਲ। ਅਸੀਂ ਇਹ ਸ਼ਾਂਤਮਈ ਢੰਗ ਨਾਲ ਕਰਾਂਗੇ। ਅਸੀਂ ਕਿਸੇ ਵੀ ਕੀਮਤ 'ਤੇ ਅਸੀਂ ਜਿਹੜਾ ਇਹਨੂੰ ਅਸੀਂ ਕਿਸੇ ਆਪਣੇ ਜਵਾਨਾਂ ਦਾ ਨੁਕਸਾਨ ਨਹੀਂ ਕਰਾਂਗੇ, ਨਾ ਅਸੀਂ ਕੋਈ ਨੁਕਸਾਨ ਹੋਊਗਾ ਤਾਂ ਸਾਡਾ ਜਿਹੜਾ ਦੇਸ਼ ਦਾ ਨੁਕਸਾਨ ਸਾਡੇ ਹੀ ਨੁਕਸਾਨ ਆ, ਅਸੀਂ ਤਾਂ ਸਮਝਦੇ ਹਾਂ। ਪਰ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਨਹੀਂ ਸਮਝ ਰਹੇ, ਉਹਨਾਂ ਨੂੰ ਸਮਝਣਾ ਚਾਹੀਦਾ। ਲੇਕਿਨ ਸਾਡੇ ਨਾਲ ਜਿਹੜੀ ਆ ਉਹ ਕਿਸਾਨਾਂ ਨਾਲ ਚੰਗੀ ਤਰ੍ਹਾਂ ਗੱਲ ਕਰਨੀ ਚਾਹੀਦੀ ਆ, ਇਸ ਤਰ੍ਹਾਂ ਮਜ਼ਾਕ ਨਹੀਂ ਕਰਨਾ ਚਾਹੀਦਾ। ਫਿਰ ਸਾਡਾ ਜਿਹੜਾ ਹੁਣ ਜਿਹੜੀ ਸੱਚੀ ਸਰਕਾਰ ਆ ਪ੍ਰਮਾਤਮਾ ਉਹਦੇ ਦੇ ਆਸਰੇ ਤੇ ਉਹਦੇ ਤੇ ਡੋਰੀਆਂ। ਪ੍ਰਭ ਜੀ ਹੰਕਾਰ ਨਾ ਭਾਵੀ, ਪਰਮੇਸ਼ਰ ਨੂੰ ਕਦੇ ਵੀ ਹੰਕਾਰ ਨਹੀਂ ਪਾਉਂਦਾ। ਜੇ ਹਿਟਲਰ ਆਇਆ, ਹਿਟਲਰ ਦਾ ਵੀ ਪਰਮੇਸ਼ਰ ਨੇ ਹੰਕਾਰ ਦਾ ਇਲਾਜ ਕਰਤਾ। ਜੇ ਅਬਦਾਲੀ ਆਇਆ, ਉਹਦੇ ਹੰਕਾਰ ਦਾ ਵੀ ਪਰਮੇਸ਼ਰ ਨੇ ਇਲਾਜ ਕਰਤਾ। ਜੇ ਔਰੰਗਜ਼ੇਬ ਆਇਆ, ਉਹਦਾ ਵੀ ਪਰਮੇਸ਼ਰ ਨੇ ਇਲਾਜ ਕੀਤਾ। ਜੇ ਹਰਨਾਕਸ਼ ਆਇਆ, ਉਹਦਾ ਵੀ ਪਰਮੇਸ਼ਰ ਨੇ ਇਲਾਜ ਕੀਤਾ। ਤੇ ਮੈਂ ਤੇ ਮਾਲਕ ਦੇ ਚਰਨਾਂ 'ਚ ਇਹ ਬੇਨਤੀ ਕਰਦਾ, ਪਰਮਾਤਮਾ ਇਹਨੂੰ ਸੋਝੀ ਬਖਸ਼ੇ, ਜਿਹੜਾ ਸਹੀ ਢੰਗ ਨਾਲ ਜਿਹੜਾ ਉਹ ਫੈਸਲੇ ਲਵੇ ਔਰ ਸਹੀ ਢੰਗ ਨਾਲ ਰਾਜ ਭਾਗ ਕਰਨ। ਇਹ ਸਾਡੀ ਪਰਮੇਸ਼ਰ ਦੇ ਚਰਨਾਂ ਦੁਆ ਆ ਤੇ ਸਾਡੀਆਂ ਪਰਮੇਸ਼ਰ ਦੇ ਚਰਨਾਂ ਡੋਰੀਆਂ ਮਾਲਕ ਸੱਚੇ ਪਾਤਸ਼ਾਹ ਆਪ ਹੀ ਕਰੇਗਾ। ਇਸ ਦੇ ਨਾਲ ਹੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਰੇਲਵੇ ਟਰੈਕ ਤੇ ਸਾਡੇ ਨਾਲ ਬਜ਼ੁਰਗ ਬੀਬੀਆਂ ਵੀ ਮੌਜੂਦ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਇਸ ਰੋਸ ਪ੍ਰਦਰਸ਼ਨ ਦੇ ਵਿੱਚ ਅੱਜ ਔਰਤਾਂ ਵੀ ਸ਼ਾਮਿਲ ਹੋਈਆਂ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅੱਜ ਕੇਂਦਰ ਦੇ ਨਾਲ ਜਿਹੜੀ ਹੈਗੀ ਮੀਟਿੰਗ ਹੋਈ ਸੀਗੀ 7 ਮੈਂਬਰੀ ਕਮੇਟੀ ਦੀ ਕਿਸਾਨ ਜਥੇਬੰਦੀਆਂ ਦੀ, ਤੇ ਉੱਥੋਂ ਕਿਸਾਨਾਂ ਨੇ ਵਾਕਆਊਟ ਕਰਤਾ। ਉਹ ਮੀਟਿੰਗ ਦੇ ਵਿੱਚੋਂ ਨਿਰਾਸ਼ ਹੋ ਕੇ ਉੱਠ ਕੇ ਬਾਹਰ ਆ ਗਏ ਨੇ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਜਿਹੜੀ ਨਵੀਂ ਅਪਡੇਟ ਹੈ ਜੀ, ਇਹ ਤਾਂ ਅਸੀਂ ਜਦ ਸਵੇਰ ਦੇ ਧਰਨੇ ਤੇ ਬੈਠੇ ਆ ਦੇਖੀ ਨਹੀਂ ਹੈਗੀ ਕੀ ਹੈਗਾ ਕੀ ਨਹੀਂ। ਜਿਹੜੀ ਗੁੰਮਰਾਹ ਕਰਨ ਵਾਲੀ ਗੱਲ ਹੈਗੀ ਹੈ, ਕੇਂਦਰ ਵਾਕਿਆ ਹੀ ਗੁੰਮਰਾਹ ਕਰ ਰਿਹਾ ਆ। ਪਰ ਸਾਨੂੰ ਮਾਣ ਹੋਣਾ ਚਾਹੀਦਾ ਇਹਨਾਂ ਜਥੇਬੰਦੀਆਂ ਤੇ, ਜਿਹੜੀਆਂ 31 ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ ਹੈਗੀਆਂ ਆ। ਉਹਨਾਂ 'ਚ ਕੋਈ ਭੇਦਭਾਵ ਨਹੀਂ, ਕੋਈ ਜਾਤ ਦਾ, ਕੋਈ ਧਰਮ ਦਾ, ਕੋਈ ਕਿਸੇ ਪਾਰਟੀ ਨੂੰ ਲੈ ਕੇ ਨਹੀਂ ਹੈਗਾ। ਇਹਦਾ ਮਤਲਬ ਜੇ ਉਹ 31 ਜਥੇਬੰਦੀਆਂ ਇੱਕ ਸਟੇਜ ਤੇ ਇਕੱਠੀਆਂ ਹੋ ਸਕਦੀਆਂ ਤਾਂ ਇਹ ਬਿਹਤਰੀ ਹੈ, ਇਹਦੇ ਵਿੱਚ ਕੋਈ ਉਹ ਨਹੀਂ ਹੈਗਾ। ਤੇ ਪੰਜਾਬ ਜਿਹੜਾ ਆ ਜਾਂ ਆਪਣਾ ਭਾਰਤ ਆ ਉਹ ਬਿਹਤਰੀ ਵੱਲ ਨੂੰ ਹੀ ਜਾਊਗਾ। ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ, ਕਿਉਂਕਿ ਸਾਰਿਆਂ ਦਾ ਸੰਘਰਸ਼ ਜਿਹੜਾ ਆ ਉਹ ਇਕੱਠਿਆਂ ਦਾ ਸਾਂਝਾ ਆ ਤੇ ਏਕੇ ਦੇ ਨਾਲ ਹੈ। ਕੀ ਲੱਗਦਾ ਹੈ ਕਿਸਾਨਾਂ ਦੀ ਜਿਹੜੀ ਮੰਗ ਹੈ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਇਹ ਕੇਂਦਰ ਸਰਕਾਰ ਮੰਨੇਗੀ ਜਾਂ ਫਿਰ ਕੇਂਦਰ ਸਰਕਾਰ ਜੋ ਕਹਿ ਰਹੀ ਹੈ ਕਿ ਇਹ ਜਿਹੜੇ ਕਾਨੂੰਨ ਨੇ ਇਹ ਕਿਸਾਨਾਂ ਦੇ ਲਈ ਬਹੁਤ ਵਧੀਆ ਨੇ, ਭਵਿੱਖ ਦੇ ਵਿੱਚ ਇਹਨਾਂ ਦਾ ਬਹੁਤ ਫਾਇਦਾ ਹੋ ਸਕਦਾ, ਪਰ ਕਿਸਾਨਾਂ ਦੀ ਮੰਗ ਹੈ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ। ਕੀ ਲੱਗਦਾ ਇਹ ਜਿਹੜੀ ਮੰਗ ਹੈ ਪੂਰੀ ਹੋਵੇਗੀ? ਸਾਨੂੰ ਉਮੀਦ ਆ ਕਿ ਜਿਹੜੀ ਸਾਡੀ ਮੰਗ ਆ ਉਹ ਜ਼ਰੂਰ ਪੂਰੀ ਹੋਊਗੀ। ਜਿਹੜੇ ਆਰਡੀਨੈਂਸ ਬਿੱਲ ਬਣਾਏ ਆ ਇਹ ਉਹਨਾਂ ਨੇ ਏਸੀ ਕਮਰਿਆਂ ਵਿੱਚ ਬੈਠ ਕੇ ਬਣਾਏ ਆ। ਨਾ ਅਮਿਤ ਸ਼ਾਹ ਨੂੰ ਪਤਾ ਕਿ ਖੇਤੀਬਾੜੀ ਦਾ ਮਤਲਬ ਕੀ ਆ, ਤੇ ਨਾ ਹੀ ਮੋਦੀ ਨੂੰ ਪਤਾ। ਮੋਦੀ ਨੂੰ ਤਾਂ ਜਿਹੜਾ ਚਾਹ ਵੇਚਣ ਵਾਲੇ ਨੂੰ ਕੀ ਪਤਾ ਕਿ ਕਿਸਾਨ ਜਿਹੜਾ ਆ ਉਹ ਦਿਨ ਰਾਤ ਜਿਹੜਾ ਮਿਹਨਤ ਕਰਦਾ ਤੇ ਉਹਨੂੰ ਰੋਟੀ ਵੀ ਰੱਜਵੀਂ ਨਹੀਂ ਮਿਲ ਰਹੀ। ਅੱਜ ਉਹ ਖੁਦਕਸ਼ੀਆਂ ਦੇ ਰਾਹੇ ਪਿਆ ਆ, ਜਦ ਕਿ ਦੇਖਣਾ ਤਾਂ ਮੋਦੀ ਨੂੰ ਚਾਹੀਦਾ ਸੀ। ਅੱਛੇ ਦਿਨਾਂ ਦੇ ਜਿਹੜੇ ਸੁਪਨੇ ਦਿਖਾਉਂਦਾ ਸੀ ਕਿ ਵੀ ਮੈਂ ਕਿਸਾਨਾਂ ਲਈ ਜਿਹੜੀ ਸਬਸਿਡੀ ਆ ਉਹ ਵਿਦੇਸ਼ੀ ਕੰਟਰੀਆਂ ਵਾਂਗ ਰੱਖਾਂ। ਪਰ ਜਿਹੜਾ ਮੋਦੀ ਆ ਉਹ ਅੱਜ ਬਿੱਲ ਸਾਡੇ ਗਲ ਘੋਟੂ ਲੈ ਕੇ ਆਇਆ। ਇਹ ਬਿੱਲ ਜਿਹੜੇ ਉਹ ਅਸੀਂ ਰੱਦ ਕਰਾ ਕੇ ਰਵਾਂਗੇ, ਚਾਹੇ ਉਹ ਮੋਦੀ ਅੱਜ ਮੰਨੇ ਜਾਂ ਕੱਲ੍ਹ ਮੰਨੇ। ਜੇ ਨਾ ਵੀ ਮੰਨੇ ਤਾਂ ਦਿੱਲੀ ਸਾਡੇ ਲਈ ਦੂਰ ਨਹੀਂ ਹੈਗੀ, ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਜਿਹੜੇ ਇਹ ਕਾਨੂੰਨ ਬਣਾਏ ਗਏ ਨੇ ਇਸ ਦੇ ਵਿਰੋਧ ਦੇ ਵਿੱਚ ਨੌਜਵਾਨ ਵੀ ਸੜਕਾਂ ਤੇ ਨੇ, ਅੰਨਦਾਤਾ ਰੇਲਵੇ ਟਰੈਕਾਂ ਤੇ ਹੈ ਤੇ ਇਸ ਦੇ ਨਾਲ ਟੋਲ ਪਲਾਜ਼ੇ ਵੀ ਜਿਹੜੇ ਜਾਮ ਕੀਤੇ ਜਾ ਰਹੇ ਨੇ। ਸਿਰਫ ਅੰਨਦਾਤਾ ਹੀ ਨਹੀਂ, ਜਿਹੜੀ ਘਰ ਦੀਆਂ ਔਰਤਾਂ ਵੀ ਨੇ ਉਹ ਵੀ ਅੱਜ ਧਰਨਿਆਂ ਦੇ ਵਿੱਚ ਸ਼ਾਮਿਲ ਹੋ ਰਹੀਆਂ ਨੇ। ਕੀ ਕਹੋਗੇ? ਔਰਤਾਂ ਤੇ ਸ਼ਾਮਿਲ ਹੋਣਗੀਆਂ। ਜਿਹੜੀ ਔਰਤ ਸਵੇਰੇ 4:30 ਵਜੇ ਤੋਂ 4 ਵਜੇ ਤੋਂ ਲੈ ਕੇ ਸ਼ਾਮ ਨੂੰ 11:30 ਵਜੇ ਤੱਕ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਆ। ਜੇ ਕਿਸਾਨ ਖੇਤਾਂ ਵਿੱਚ ਕੰਮ ਕਰਦਾ ਤੇ ਔਰਤ ਉਹਦੇ ਮਗਰ ਖਾਣਾ ਤਿਆਰ ਕਰਦੀ ਆ, ਉਹਦਾ ਹੋਰ ਸਾਰਾ ਦੇਖ ਰੇਖ ਕਰਦੀ ਆ, ਘਰ ਆਈਆਂ ਵਸਤਾਂ ਨੂੰ ਸਾਂਭਦੀ ਆ, ਤੇ ਉਹਦੀ ਤਾਂ ਵੱਧ ਡਿਊਟੀ ਬਣਦੀ ਆ ਕਿ ਉਹ ਅੱਜ ਧਰਨੇ ਦੇ ਉੱਤੇ ਜ਼ਿਆਦਾ ਤਾਦਾਦ ਦੇ ਵਿੱਚ ਬੈਠੀ ਆ। ਅੱਜ ਜਿਹੜੀ ਮੀਟਿੰਗ ਕੀਤੀ ਗਈ ਸੀ ਇਹ ਮੀਟਿੰਗ ਦਾ ਸੱਦਾ ਇਹ ਕਹਿ ਕੇ ਦਿੱਤਾ ਗਿਆ ਸੀ ਕਿ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਹੋ ਰਹੇ ਨੇ ਇਹਨਾਂ ਦੇ ਬਾਰੇ ਚਰਚਾ ਕੀਤੀ ਜਾਊਗੀ। ਪਰ ਜਦੋਂ ਉੱਥੇ ਜਿਹੜੀ 7 ਮੈਂਬਰੀ ਕਮੇਟੀ ਉਹ ਪਹੁੰਚੀ ਤਾਂ ਉਹਨਾਂ ਨੂੰ ਇਹ ਜਿਹੜੇ ਕਾਨੂੰਨ ਨੇ ਇਹਨਾਂ ਦੇ ਬਾਰੇ ਸਮਝਾਇਆ ਗਿਆ। ਕੀ ਲੱਗਦਾ ਕਿ ਕਿਸਾਨਾਂ ਨੂੰ ਸਮਝ ਨਹੀਂ ਆ ਜਾਂ ਫਿਰ ਕੇਂਦਰ ਸਰਕਾਰ ਜਾਣਬੁੱਝ ਕੇ ਜਿਹੜਾ ਹੈ ਗੁੰਮਰਾਹ ਕਰ ਰਹੀ ਹੈ? ਇਹ ਜਿਹੜੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਆ ਇਹ ਕਿਸਾਨ ਵਿਰੋਧੀ, ਮਜ਼ਦੂਰ ਵਿਰੋਧੀ, ਸਰਕਾਰ ਵਿਰੋਧੀ ਸਾਰੀ ਤਰ੍ਹਾਂ ਦੀਆਂ ਨੀਤੀਆਂ ਹੈਗੀਆਂ ਆ। ਜੇ ਉਹ ਇਸ ਨੂੰ ਇਹ ਭੁਲੇਖਾ ਆ ਕਿ ਕਿਸਾਨਾਂ ਨੂੰ ਮੈਂ ਸਮਝਾ ਸਕਦਾ, ਕਿਸਾਨ ਨੂੰ ਸਮਝਾਉਣ ਵਾਲਾ ਉਹ ਕੌਣ ਹੁੰਦਾ ਜਿਹੜੀ ਕਿ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਆ। ਜੇ ਅੱਜ ਕਿਸਾਨ ਜਿਉਂਦਾ ਆ ਤਾਂ ਸਾਰੇ ਹੀ ਉਸ ਦੇ ਨਾਲ ਜਿਹੜੀ ਆ ਅਰਥ ਵਿਵਸਥਾ ਜਿਹੜੀ ਆ ਦੇਸ਼ ਦੀ ਜੋ ਆਰਥਿਕ ਵਿਵਸਥਾ ਉਹਦੇ ਨਾਲ ਹੀ ਚੱਲਦੀ ਹੈਗੀ ਆ। ਤੇ ਇਹ ਭੁਲੇਖਾ ਨਹੀਂ ਰੱਖਣਾ ਚਾਹੀਦਾ। ਇਸੇ ਗੱਲ ਦਾ ਅੱਜ
ਕਿਸਾਨੀ ਨੂੰ ਇਸ ਗੱਲ ਦਾ ਹੀ ਗੁੱਸਾ ਹੈ ਕਿ ਸਾਨੂੰ ਸਮਝਾਉਣ ਤੇ, ਕਿ ਚਾਹ ਵੇਚਣ ਵਾਲਾ ਸਾਨੂੰ ਸਮਝਾਉਣ ਤੇ ਲੱਗਾ ਹੋਇਆ ਹੈਗਾ, ਜਦ ਕਿ ਉਹਨੂੰ ਸਮਝਣਾ ਚਾਹੀਦਾ ਆ ਕਿ ਇਹ ਜਿਹੜੀਆਂ ਨੀਤੀਆਂ ਜਿਹੜੀਆਂ ਕਿ ਬਾਹਰ ਰਿਜੈਕਟ ਕਰ ਚੁੱਕੇ ਆ, ਇਹ ਦੇਸ਼ ਬਾਹਰਲੇ ਦੇਸ਼ ਰਿਜੈਕਟ ਕਰ ਗਏ ਆ, ਉਹ ਸਾਡੇ ਤੇ ਲਾਗੂ ਕਰਦਾ ਆ। ਇਹਦਾ ਮਤਲਬ ਇਹ ਨੀਤੀਆਂ ਸਹੀ ਨਹੀਂ ਹੈਗੀਆਂ, ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ। ਪੀਐਮ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਾਨੂੰਨ, ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਵਿਰੋਧੀ ਨੇ ਉਹ ਜਾਣਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਇਹਨਾਂ ਕਾਨੂੰਨਾਂ ਦੇ ਬਾਰੇ। ਇਹ ਤੇ ਇਸ ਤੇ ਤੁਸੀਂ ਇੱਕ ਮੀਡੀਆ ਰਾਹੀਂ ਮੋਦੀ ਸਾਹਿਬ ਨੂੰ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਜੇ ਉਹ ਆਪਣੇ ਚਾਹ ਦੇ ਕੱਪ ਦਾ ਮੁੱਲ ਆਪ ਲਾ ਸਕਦਾ, ਬਈ ਮਹਿੰਗਾਈ ਹੋਈ, ਲੋਕਡਾਊਨ ਹੋਇਆ, ਲੋਕਡਾਊਨ ਦੇ ਦੌਰਾਨ ਪਹਿਲਾਂ ਜਿਹੜਾ ਚਾਹ ਦਾ ਕੱਪ 10 ਰੁਪਏ ਦਾ ਸੀਗਾ ਉਹ ਅੱਜ 15 ਰੁਪਏ ਦਾ ਵਿਕ ਰਿਹਾ। ਤੇ ਕੀ ਗੱਲ, ਜਿਹੜੀ ਕਿਸਾਨੀ ਆ ਉਹਨੂੰ ਆਪਣੀ ਫਸਲ ਦਾ, ਆਪਣੀ ਜਿਣਸ ਦਾ ਮੁੱਲ ਲਾਉਣ ਦਾ ਕੋਈ ਅਧਿਕਾਰ ਨਹੀਂ। ਉਹ ਕਿੱਦਾਂ ਦਾ ਕਹਿ ਰਿਹਾ ਕਿ ਵੀ ਜਿਹੜੇ ਕਿਸਾਨਾਂ ਨੂੰ ਲੋਕ ਗੁੰਮਰਾਹ ਕਰ ਰਹੇ ਆ। ਕੌਣ ਗੁੰਮਰਾਹ ਕਰ ਰਿਹਾ? ਸਰਕਾਰ ਗੁੰਮਰਾਹ ਕਰ ਰਹੀ ਆ ਕਿਸਾਨਾਂ ਨੂੰ। ਚੰਦ ਕੁ ਲੋਕਾਂ ਦੀ ਸਰਕਾਰ ਜਿਹੜੀ ਉਹ ਕਿਸਾਨੀ ਨੂੰ ਗੁੰਮਰਾਹ ਕਰ ਰਹੀ ਆ। ਸਾਰਿਆਂ ਨੂੰ ਪਤਾ ਕਿ ਜਿਹੜਾ ਭਾਰਤ ਦੇਸ਼ ਆ ਉਹ ਖੇਤੀ ਪ੍ਰਧਾਨ ਦੇਸ਼ ਆ, ਤੇ ਖੇਤੀ ਦੇ ਸਿਰ ਤੇ ਹੀ ਜਿਹੜਾ ਭਾਰਤ ਜਿਉਂਦਾ ਆ। ਜੇ ਖੇਤੀ ਖਤਮ ਹੋ ਗਈ ਤਾਂ ਫਿਰ ਜਿਹੜੀ ਆ ਪੂਰਾ ਭਾਰਤ ਜਿਹੜਾ ਉਹ ਉੱਜੜ ਸਕਦਾ। ਇਸ ਦੇ ਨਾਲ ਹੀ ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਅੱਜ ਜਿਹੜਾ ਹੈਗਾ ਧਰਨੇ ਦੇ ਵਿੱਚ ਸ਼ਾਮਿਲ ਹੋਏ ਹੋ, ਕੀ ਲੱਗਦਾ ਜਿਹੜੀ ਇਹ ਤੁਹਾਡੀ ਮੰਗ ਹੈ ਇਹ ਕੇਂਦਰ ਸਰਕਾਰ ਦੇ ਵੱਲੋਂ ਮੰਨੀ ਜਾਵੇਗੀ, ਜਾਂ ਫਿਰ ਤੁਸੀਂ ਵੀ ਆਪਣੀ ਜਿੱਦ ਤੇ ਅੜੇ ਹੋਏ ਹੋ ਕਿ ਜਦ ਤੱਕ ਜਿਹੜੀ ਇਹ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਜਿਹੜੇ ਹੈਗੇ ਪ੍ਰਦਰਸ਼ਨ ਚੱਲਦੇ ਰਹਿਣਗੇ? ਹਾਂਜੀ, ਜਦ ਤੱਕ ਜੀ ਇਹ ਮੰਗ ਨਹੀਂ ਮੰਨੀ ਜਾਂਦੀ ਅਸੀਂ ਧਰਨੇ ਤੇ ਰਵਾਂਗੇ ਤੇ ਇਕਜੁੱਟ ਹੋ ਕੇ ਸਾਰੇ ਜਾਣੇ ਜਿੱਥੇ ਜਿੱਥੇ ਵੀ ਜਿੱਦਾਂ ਵੀ ਕਿਸਾਨ ਜਥੇਬੰਦੀਆਂ ਕਹਿਣਗੀਆਂ ਉਹਨਾਂ ਦਾ ਸਹਿਯੋਗ ਕਰਾਂਗੇ। ਅੱਛਾ, ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ ਜਾਵੇ ਤਾਂ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹ ਨਸ਼ਿਆਂ ਦੇ ਵਿੱਚ ਨੇ, ਪਰ ਅੱਜ ਦੇ ਦੌਰ 'ਚ ਜੇਕਰ ਦੇਖਿਆ ਜਾਵੇ ਤਾਂ ਇਹ ਇੱਕ ਪਹਿਲਾ ਅੰਦੋਲਨ ਹੈ ਜਿਸ ਦੇ ਵਿੱਚ ਨੌਜਵਾਨ ਵੀ ਸ਼ਾਮਿਲ ਹੋਏ ਨੇ, ਬਜ਼ੁਰਗ ਬੀਬੀਆਂ ਵੀ ਸ਼ਾਮਿਲ ਹੋਈਆਂ ਨੇ, ਔਰਤਾਂ ਵੀ ਸ਼ਾਮਿਲ ਹੋਏ ਨੇ, ਇੱਥੋਂ ਤੱਕ ਕਿ 4-5 ਸਾਲ ਦੇ ਬੱਚੇ ਵੀ ਦੇਖੇ ਗਏ ਨੇ ਇਸ ਅੰਦੋਲਨ ਦੇ ਵਿੱਚ। ਕੀ ਕਹੋਗੇ? ਇਹ ਨੌਜਵਾਨ ਜੀ ਇਸ 'ਚ ਬਹੁਤ ਵੱਧ ਚੜ ਕੇ ਆਏ ਆ। ਅਸੀਂ ਵੀ ਆਏ ਆ ਆਪਣੇ ਪਿੰਡ ਤੋਂ, ਸਾਰੇ ਨੌਜਵਾਨ ਨਾਲ ਆਏ ਆ। ਇਹ ਸਰਕਾਰਾਂ ਵੱਲੋਂ ਹੀ ਆ ਇੱਕ ਨਸ਼ੇ 'ਚ ਆ ਨੌਜਵਾਨ ਉਹ ਆ, ਪਰ ਕੁਛ ਨਹੀਂ ਗਾ। ਸਾਰੇ ਨੌਜਵਾਨ ਇਕਜੁੱਟ ਹੋ ਗਏ ਆ ਤੇ ਆਪਣੇ ਜਿੱਦਾਂ ਵੀ ਆ ਕਿਸਾਨਾਂ ਦੇ ਹੱਕ ਵਿੱਚ ਖੜੇ ਆ ਜੀ। ਠੀਕ ਹੈ ਜੀ, ਇਸ ਦੇ ਨਾਲ ਕਿੰਨਾ ਕੁ ਜਜ਼ਬਾ ਤੇ ਕਿੰਨਾ ਕੁ ਹੌਸਲਾ ਹੈ ਤੁਹਾਡੇ 'ਚ ਹੁਣ, ਕਿਉਂਕਿ ਕਾਫੀ ਸਮਾਂ ਹੋ ਗਿਆ ਇਹ ਅੰਦੋਲਨ ਚੱਲਦਿਆਂ ਨੂੰ, ਕਿੰਨਾ ਕੁ ਹੌਸਲਾ ਭਰਿਆ ਹੋਇਆ ਹਲੇ ਤੱਕ? ਅਸੀਂ ਸਾਡੇ 'ਚ ਹੌਸਲਾ ਬਹੁਤ ਹੈ। ਜਿੰਨਾ ਤੱਕ ਸਾਨੂੰ ਇਹ ਆਡੀਅנס ਖਤਮ ਨਹੀਂ ਕਰਦੇ ਉਹਨਾਂ ਚਿਰ ਅਸੀਂ ਇਹ ਨਹੀਂ ਚਾਹਾਂਗੇ। ਜਿੰਨਾ ਚਿਰ ਸਾਡੇ ਤੋਂ ਲੜ ਹੋਊਗਾ ਅਸੀਂ ਲੜਾਂਗੇ, ਇਕਜੁੱਟ ਹੋ ਕੇ ਰਵਾਂਗੇ। ਕਦੀ ਵੀ ਅਸੀਂ ਇਕੱਲੇ ਨਹੀਂ ਲੁੱਟਾਂਗੇ, ਉਹਨਾਂ ਨੂੰ ਅਸੀਂ ਹਾਰ ਦਵਾ ਕੇ ਰਵਾਂਗੇ। ਸੋ ਕਿਸਾਨਾਂ ਦਾ ਹੌਸਲਾ ਹਲੇ ਵੀ ਕਾਇਮ ਹੈ, ਉਹਨਾਂ ਦਾ ਜਜ਼ਬਾ ਹਲੇ ਵੀ ਕਾਇਮ ਹੈ, ਹਲੇ ਵੀ ਜੋਸ਼ ਨਾਲ ਭਰੇ ਬੈਠੇ ਨੇ। ਜੇਕਰ ਗੱਲ ਕੀਤੀ ਜਾਵੇ ਅੱਜ ਦੇ ਦਿਨ ਕੇਂਦਰ ਦੇ ਨਾਲ ਹੋਈ ਮੀਟਿੰਗ ਦੀ, ਤਾਂ 7 ਮੈਂਬਰੀ ਕਮੇਟੀ ਜਿਹੜੀ ਮੀਟਿੰਗ ਕਰਨ ਗਈ ਸੀ ਉਹ ਨਿਰਾਸ਼ ਹੋ ਕੇ ਵਾਕਆਊਟ ਹੈ ਜਿਹੜਾ ਉਹ ਕਰ ਰਹੀ ਹੈ। ਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਕੀ ਹੋਵੇਗੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਹੀ ਪਤਾ ਲੱਗੇਗਾ। ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਕਲਾਕਾਰਾਂ ਦੀ, ਤਾਂ ਪੰਜਾਬੀ ਕਲਾਕਾਰ ਵੀ ਹਰ ਇੱਕ ਦਿਨ ਆਏ ਦਿਨ ਜਿਹੜਾ ਹੈਗਾ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ, ਰੋਸ ਪ੍ਰਦਰਸ਼ਨ ਕਰ ਰਹੇ ਨੇ। ਜਿੱਥੇ ਅਸੀਂ ਖੜੇ ਹਾਂ ਇੱਥੇ ਬੀਤੇ ਦਿਨ ਕਨਵਰ ਗਰੇਵਾਲ ਵੀ ਮੌਜੂਦ ਸੀ, ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਹੌਕਾ ਦਿੱਤਾ ਸੀ। ਤੇ ਇਸ ਦੇ ਨਾਲ ਹੀ ਕੈਮਰਾਮੈਨ ਅਮਿਤ ਖੰਨਾ ਦੇ ਨਾਲ ਸਿਮਰਨ ਕੌਰ, ਰੰਗਲਾ ਟੀਵੀ।